ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਆਡੀਓ ਬੁਲੇਟਿਨ ਦੇ ਵਿੱਚ ਮੈਂ ਹਰਸ਼ਰਨ ਕੌਰ। ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਸਭ ਤੋਂ ਅਹਿਮ ਖਬਰ ਕਿਸਾਨਾਂ ਤੇ ਕੇਂਦਰ ਦੀ ਗੱਲਬਾਤ ਦੇ ਨਾਲ ਜੁੜੀ ਹੋਈ ਹੈ। ਹਾਲਾਂਕਿ ਖੇਤੀ ਕਾਨੂੰਨ ਅਤੇ ਐਮਐਸਪੀ ਤੇ ਉਸੇ ਤਰ੍ਹਾਂ ਦੇ ਨਾਲ ਰੇੜਕਾ ਬਰਕਰਾਰ ਹੈ, ਪਰ ਦੋ ਬਿੱਲ ਹੈਗੇ ਨੇ ਜਿਹੜੇ ਬਿਜਲੀ ਬਿੱਲ ਤੇ ਪਰਾਲੀ ਐਕਟ, ਉਹਨਾਂ ਤੇ ਕਿਸਾਨਾਂ ਤੇ ਸਰਕਾਰ ਦੀ ਸਹਿਮਤੀ ਹੈ ਜਿਹੜੀ ਉਹ ਬਣ ਗਈ ਹੈ ਕੱਲ ਦੀ ਬੈਠਕ ਦੇ ਵਿੱਚ। ਤੇ ਅਗਲੀ ਬੈਠਕ ਹੈ ਜਿਹੜੀ ਉਹ 4 ਜਨਵਰੀ ਨੂੰ ਹੋਏਗੀ। ਯਾਨੀ ਕਿ ਜਿਹੜਾ ਨਰਿੰਦਰ ਤੋਮਰ ਨੇ ਕਿਹਾ ਸੀ, ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਸੀ ਕਿ ਐਸੇ ਸਾਲ ਦੇ ਵਿੱਚ ਯਾਨੀ ਕਿ 2020 ਦੇ ਅੰਤ ਤੱਕ ਅਸੀਂ ਇਸ ਮਸਲੇ ਦਾ ਹੱਲ ਕਰ ਦਿਆਂਗੇ। ਪਿਛਲੇ ਦਿਨੀ ਉਹਨਾਂ ਨੇ ਇਹ ਬਿਆਨ ਦਿੱਤਾ ਸੀ, ਪਰ ਅੱਜ 31 ਦਸੰਬਰ ਹੈ। ਕੱਲ 30 ਵਾਲੀ ਬੈਠਕ ਦੇ ਵਿੱਚ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਗਏ, ਯਾਨੀ ਕਿ ਅਗਲੇ ਸਾਲ ਤੱਕ ਹੁਣੇ ਚਲਾ ਗਿਆ। ਪਰ ਇਸ ਸਾਲ ਦੇ ਵਿੱਚ ਥੋੜੀ ਜੀ ਜਿਹੜੀ ਕਾਮਯਾਬੀ ਹੈ ਉਹ ਕਿਸਾਨਾਂ ਨੂੰ ਜ਼ਰੂਰ ਮਿਲੀ ਹੈ। ਇੱਕ ਵੱਡੀ ਖਬਰ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਨਵੇਂ ਸਾਲ ਤੋਂ ਪੰਜਾਬ ਦੇ ਵਿੱਚ ਰਾਤ ਦਾ ਕਰਫਿਊ ਹਟ ਜਾਏਗਾ। ਪੰਜਾਬ ਸਰਕਾਰ ਨੇ ਇਸ ਦਾ ਐਲਾਨ ਕਰ ਦਿੱਤਾ, ਯਾਨੀ ਕਿ ਅੱਜ ਰਾਤ ਤੱਕ ਹੀ ਇਹ ਕਰਫਿਊ ਰਹੇਗਾ। ਕੱਲ੍ਹ ਨੂੰ 1 ਜਨਵਰੀ 2021 ਹੈ ਤੇ ਨਵੇਂ ਸਾਲ ਤੋਂ ਇਹ ਕਰਫਿਊ ਹਟ ਜਾਏਗਾ। ਕੌਮਾਂਤਰੀ ਉਡਾਣਾਂ ਤੇ ਰੋਕ ਹੈ ਜਿਹੜੀ ਉਹ ਭਾਰਤ ਸਰਕਾਰ ਨੇ 31 ਜਨਵਰੀ ਤੱਕ ਵਧਾ ਦਿੱਤੀ ਹੈ। ਪੰਜਾਬ ਦੇ 10 ਵਿਭਾਗਾਂ ਚੋਂ 2375 ਅਸਾਮੀਆਂ ਖਤਮ ਕਰ ਦਿੱਤੀਆਂ ਨੇ ਪੰਜਾਬ ਸਰਕਾਰ ਨੇ, ਤੇ ਨਾਲ ਹੀ 50,000 ਨਵੀਆਂ ਅਸਾਮੀਆਂ ਦੀ ਭਰਤੀ ਲਈ ਵੀ ਹਰੀ ਝੰਡੀ ਹੈ ਜਿਹੜੀ ਉਹ ਦੇ ਦਿੱਤੀ ਗਈ ਹੈ। ਹਰਿਆਣਾ ਨਗਰ ਨਿਗਮ ਚੋਣਾਂ ਦੇ ਵਿੱਚ ਬੀਜੇਪੀ ਨੂੰ ਤਕੜਾ ਝਟਕਾ ਲੱਗਿਆ। ਠੰਡ ਦਾ ਕਹਿਰ ਪੂਰਾ ਵਧਿਆ ਹੋਇਆ, ਸੀਤ ਲਹਿਰ ਦੇ ਨਾਲ ਮੈਦਾਨਾਂ ਦੇ ਵਿੱਚ ਕਾਂਬਾ ਛਿੜਿਆ ਹੋਇਆ, ਸੰਘਣੀ ਧੁੰਦ ਪੈ ਰਹੀ ਹੈ, ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਪਰ ਦਿੱਲੀ ਦੇ ਬਾਰਡਰਾਂ ਦੇ ਉੱਤੇ ਡਟੇ ਕਿਸਾਨਾਂ ਦੇ ਹੌਸਲੇ ਕੱਲ੍ਹ ਵਾਲੀ ਮੀਟਿੰਗ ਤੋਂ ਬਾਅਦ ਹੋਰ ਵੱਧ ਗਏ ਨੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਮੀਟਿੰਗ ਦੀ ਹੀ। ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ ਕੱਲ੍ਹ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ਦਰਮਿਆਨ 7ਵੀਂ ਬੈਠਕ ਹੈ ਜਿਹੜੀ ਉਹ ਹੋਈ ਹੈ। ਉਹਦੇ ਵਿੱਚ ਕਿਸਾਨਾਂ ਨੂੰ ਕਰੀਬ 25% ਸਫਲਤਾ ਮਿਲ ਗਈ ਹੈ। ਇਹ ਕਿਸਾਨ ਲੀਡਰਾਂ ਨੇ ਕਿਹਾ। ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ 2 ਮੰਗਾਂ ਮੰਨ ਲਈਆਂ ਨੇ। ਇਹਨਾਂ ਦੇ ਵਿੱਚ ਬਿਜਲੀ ਬਿੱਲ 2020 ਨੂੰ ਵਾਪਸ ਲੈਣ ਦੀ ਮੰਗ ਮੰਨ ਲਈ ਗਈ ਹੈ ਤੇ ਪਰਾਲੀ ਬਾਰੇ ਐਕਟ ਦੇ ਵਿੱਚ ਜਿਹੜਾ ਸੋਧ ਹੈ ਉਹ ਕੀਤੀ ਜਾਏਗੀ। ਯਾਨੀ ਕਿ ਪਰਾਲੀ ਵਾਲਾ ਜਿਹੜਾ ਐਕਟ ਬਣਾਇਆ ਹੈ, ਕਿਸਾਨ ਇਹ ਨਹੀਂ ਕਹਿੰਦੇ ਕਿ ਉਹ ਐਕਟ ਨਾ ਬਣਾਇਆ ਜਾਵੇ, ਕਾਨੂੰਨ ਨਾ ਬਣਾਇਆ ਜਾਵੇ, ਬਲਕਿ ਉਹਦੇ ਵਿੱਚ ਜਿਹੜੀ ਸਜ਼ਾ ਰੱਖੀ ਗਈ ਹੈ ਕਿਸਾਨਾਂ ਦੇ ਲਈ ਅਤੇ ਜਿਹੜਾ ਜੁਰਮਾਨਾ ਰੱਖਿਆ ਗਿਆ ਉਸ ਨੂੰ ਵਾਪਸ ਲਿਆ ਜਾਵੇ, ਤੇ ਸਰਕਾਰ ਇਸ ਤੇ ਸਹਿਮਤ ਹੋ ਗਈ ਹੈ। ਤੇ ਕੱਲ੍ਹ ਵਾਲੀ ਜਿਹੜੀ ਬੈਠਕ ਹੈ ਉਹ ਚੰਗੇ ਮਾਹੌਲ ਦੇ ਵਿੱਚ ਹੋਈ ਹੈ। ਸਰਕਾਰ ਨੇ ਗੱਲਬਾਤ ਦੇ ਵਿੱਚ ਹਾਂ ਪੱਖੀ ਰੁਖ ਅਪਣਾਇਆ ਹੈ, ਇਹ ਕਿਸਾਨ ਲੀਡਰਾਂ ਨੇ ਜਾਣਕਾਰੀ ਦਿੱਤੀ ਹੈ। ਦਾ ਖਾਲਸ ਟੀਵੀ ਤੇ ਅਸੀਂ ਕੱਲ੍ਹ ਸਾਰੀਆਂ ਵਿਗਿਆਨ ਭਵਨ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾਈਆਂ ਸੀ। ਵੱਖ-ਵੱਖ ਕਿਸਾਨ ਲੀਡਰਾਂ ਦੇ ਨਾਲ ਗੱਲਬਾਤ ਹੋਈ ਸੀ। ਕਿਸਾਨ ਲੀਡਰਾਂ ਨੇ ਕਿਹਾ ਕਿ ਜਿਹੜੀ ਸਰਕਾਰ ਦੇ ਨਾਲ ਗੱਲਬਾਤ ਹੋਈ ਹੈ ਉਸ ਦੇ ਵਿੱਚ ਹਾਂ ਪੱਖੀ ਸਰਕਾਰ ਦਾ ਰੁਖ ਰਿਹਾ। ਪਹਿਲਾਂ ਜਿਵੇਂ ਹੁੰਦਾ ਸੀ ਕਿ ਗੱਲ ਨੂੰ ਘੁਮਾਉਂਦੇ ਸੀ ਜਿਹੜੇ ਅਧਿਕਾਰੀ ਨੇ ਜਾਂ ਫਿਰ ਮੰਤਰੀ ਨੇ, ਉਹ ਕਿਸਾਨਾਂ ਦੀ ਗੱਲ ਸੁਣ ਕੇ ਗੱਲਾਂ ਘੁਮਾ ਕੇ ਆਪਣੇ ਵਿਚਾਰ ਨੇ ਜਿਹੜੇ ਉਹ ਰੱਖਦੇ ਸੀ। ਪਰ ਕੱਲ੍ਹ ਵਾਲੀ ਬੈਠਕ ਦੇ ਵਿੱਚ ਸਹੀ ਤਰੀਕੇ ਦੇ ਨਾਲ ਗੱਲਬਾਤ ਹੈ ਜਿਹੜੀ ਉਹ ਹੋਈ ਹੈ। ਇਸ ਕਰਕੇ ਕਿਸਾਨਾਂ ਨੇ ਜਿਹੜਾ ਅੱਜ ਹੋਣ ਵਾਲਾ ਟਰੈਕਟਰ ਮਾਰਚ ਸੀ, ਦਿੱਲੀ ਦੇ ਵਿੱਚ ਇਹ ਟਰੈਕਟਰ ਮਾਰਚ ਕੱਢਿਆ ਜਾਣਾ ਸੀ ਹਜ਼ਾਰਾਂ ਟਰੈਕਟਰਾਂ ਦੇ ਨਾਲ, ਉਸ ਨੂੰ ਮੁਲਤਵੀ ਕਰ ਦਿੱਤਾ ਹੈ। 4 ਤਰੀਕ ਦੀ ਜਿਹੜੀ ਬੈਠਕ ਹੋਊਗੀ ਹੁਣ ਉਦੋਂ ਤੱਕ ਤਾਂ ਮੁਲਤਵੀ ਕਰ ਦਿੱਤਾ ਗਿਆ। ਉਸ ਤੋਂ ਬਾਅਦ ਅਗਲੀ ਤਰੀਕ ਹੈ ਜਿਹੜੀ ਉਹ 4 ਤਰੀਕ ਦੀ ਬੈਠਕ ਦਾ ਨਤੀਜਾ ਦੇਖ ਕੇ ਜਿਹੜੀ ਐਲਾਨੀ ਜਾਏਗੀ। ਅਗਲਾ ਪ੍ਰੋਗਰਾਮ ਉਦੋਂ ਐਲਾਨਿਆ ਜਾਏਗਾ। ਕਿਸਾਨਾਂ ਨੇ ਕਿਹਾ ਕਿ ਗੱਲਬਾਤ ਸੁਖਾਵੇਂ ਮਾਹੌਲ ਦੇ ਵਿੱਚ ਹੋਈ ਹੈ। ਸਰਕਾਰ ਨੇ ਸਾਡੀ ਕੁਛ ਜਿਹੜੀ ਗੱਲ ਹੈ ਉਹ ਮੰਨੀ ਹੈ, ਪੋਜ਼ਿਟਿਵਿਟੀ ਦਿਖਾਈ ਹੈ। ਇਸ ਕਰਕੇ ਅਸੀਂ ਵੀ ਥੋੜ੍ਹਾ ਨਰਮੀ ਵਾਲਾ ਰੁਖ ਹੈ ਜਿਹੜਾ ਅਪਣਾਇਆ, ਪਰ ਸੰਘਰਸ਼ ਤਿੱਖਾ ਹੀ ਹੁੰਦਾ ਜਾਏਗਾ। ਕੱਲ੍ਹ ਵਾਲੀ ਜਿਹੜੀ ਬੈਠਕ ਹੈ ਉਸ ਤੋਂ ਬਾਅਦ ਮੋਰਚਿਆਂ ਤੇ ਡਟੇ ਕਿਸਾਨਾਂ ਦੇ ਹੌਸਲੇ ਵੀ ਜ਼ਾਹਿਰ ਤੌਰ ਤੇ ਵਧੇ ਹੋਣਗੇ ਤੇ ਕਿਸਾਨਾਂ ਨੂੰ ਵੀ ਆਸ ਹੈ ਵੀ ਹੁਣ ਹੋਰ ਲੋਕਾਂ ਦੇ ਪਹੁੰਚਣ ਦੀ ਸਾਨੂੰ ਉਮੀਦ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਚਾਹੇ ਜਿੰਨਾ ਮਰਜ਼ੀ ਕਹਿੰਦੀ ਰਹੇ, ਜਿਵੇਂ ਪਿਛਲੀਆਂ ਬੈਠਕਾਂ ਦੇ ਵਿੱਚ ਕਿਹਾ ਸੀ ਕਿ ਬਜ਼ੁਰਗ, ਬੀਬੀਆਂ ਤੇ ਬੱਚਿਆਂ ਨੂੰ ਵਾਪਸ ਭੇਜ ਦਿਓ, ਉਹ ਕਹਿੰਦੇ ਇਹੋ ਜਿਹੀਆਂ ਅਪੀਲਾਂ ਸਰਕਾਰ ਕਰਦੀ ਰਹਿੰਦੀ ਹੈ। ਹੁਣ ਵੀ ਸਰਕਾਰ ਨੂੰ ਇਹ ਹੈ ਕਿ ਬਾਰਡਰਾਂ ਤੋਂ ਕਿਸਾਨ ਉੱਠ ਜਾਣ, ਚਲੇ ਜਾਣ, ਪਰ ਮਤਲਬ ਹੀ ਨਹੀਂ ਬਣਦਾ ਜਿੰਨਾ ਚਿਰ ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ ਸਾਡੀ ਘਰ ਵਾਪਸੀ ਨਹੀਂ ਹੋਏਗੀ। ਦਾ ਖਾਲਸ ਟੀਵੀ ਦਾ ਜਿਹੜਾ ਲਾਈਵ ਸਟ੍ਰੀਮ ਉੱਥੋਂ ਕੀਤਾ ਗਿਆ ਸੀ, ਉਹਦੇ ਵਿੱਚ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ, ਰਾਕੇਸ਼ ਟਿਕੈਤ ਹੋਣ ਜਾਂ ਫਿਰ ਹਰਮੀਤ ਸਿੰਘ ਕਾਦੀਆਂ ਹੋਣ ਜਾਂ ਫਿਰ ਗੁਰਨਾਮ ਸਿੰਘ ਚੜੂਨੀ ਜਿਹੜੇ ਹਰਿਆਣਾ ਦੇ ਵੱਡੇ ਲੀਡਰ ਨੇ, ਸਾਰਿਆਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ। ਤੇ ਜਗਜੀਤ ਸਿੰਘ ਡੱਲੇਵਾਲ ਨੇ ਮੋਰਚੇ ਵਿੱਚ ਡਟੇ ਕੱਲੇ ਕਿਸਾਨ ਦਾ ਧੰਨਵਾਦ ਕੀਤਾ ਹੈ ਕਿ ਤੁਹਾਡੇ ਸੰਘਰਸ਼ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ। ਤੁਹਾਡੇ ਸੰਘਰਸ਼ ਨੂੰ ਜਿਹੜਾ ਕਿ 3-4 ਮਹੀਨਿਆਂ ਤੋਂ ਲਗਾਤਾਰ ਚੱਲ ਰਿਹਾ, ਉਹਦੀ ਪਹਿਲੀ ਜਿੱਤ ਅਸੀਂ ਲੈ ਕੇ ਵਾਪਸ ਆਏ ਹਾਂ। ਵਿਗਿਆਨ ਭਵਨ ਜਿਹੜਾ ਰੌਸ਼ਨੀਆਂ ਦੇ ਨਾਲ ਰੁਸ਼ਨਾਉਂਦਾ ਹੁੰਦਾ ਹੈ, ਉਹਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਲਾਈਟਾਂ ਨੇ ਬਾਹਰ ਇਮਾਰਤ ਤੇ ਤੁਸੀਂ ਦੇਖ ਸਕਦੇ ਹੋ। ਉਹਨਾਂ ਰੌਸ਼ਨੀਆਂ ਵਾਲੇ ਭਵਨ ਦੇ ਵਿੱਚੋਂ ਕੱਲ੍ਹ ਕਿਸਾਨ ਪਹਿਲੀ ਰੌਸ਼ਨੀ ਦੀ ਕਿਰਨ ਹੈ ਜਿਹੜੀ ਉਹ ਲੈ ਕੇ ਮੁੜੇ ਨੇ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਨਾਲ 5 ਘੰਟੇ ਚੱਲੀ ਬੈਠਕ ਤੋਂ ਬਾਅਦ ਕਿਸਾਨਾਂ ਨੇ ਦੱਸਿਆ ਕਿ 2 ਮੰਗਾਂ ਨੇ ਜਿਹੜੀਆਂ ਉਹਨਾਂ ਦੇ ਉੱਤੇ ਸਹਿਮਤੀ ਸਾਡੀ ਬਣ ਗਈ ਹੈ ਤੇ ਜਿਹੜਾ
3 ਖੇਤੀ ਕਾਨੂੰਨ ਰੱਦ ਕਰਨ ਤੇ MSP ਗਰੰਟੀ ਕਾਨੂੰਨ ਬਾਰੇ ਅਗਲੀ ਚਰਚਾ ਲਈ 4 ਜਨਵਰੀ ਨੂੰ ਮੁੜ ਤੋਂ ਬੈਠਕ ਸਾਡੀ ਹੋਣੀ ਹੈ। ਤਾਂ ਅਸੀਂ ਸਵਾਲ ਇਹ ਵੀ ਪੁੱਛਿਆ ਸੀ ਹਰਿਆਣਾ ਦੇ ਜਿਹੜੇ ਨੌਜਵਾਨ ਕਿਸਾਨ ਲੀਡਰ ਨੇ ਅਭਿਮਨਿਊ, ਉਹਨਾਂ ਨੂੰ ਪੁੱਛਿਆ ਸੀ ਕਿ ਕੀ ਸਰਕਾਰ ਹਾਲੇ ਵੀ ਇਹਨਾਂ ਗੱਲਾਂ ਤੇ ਵਿਚਾਰ ਹੀ ਕਰਨਾ ਚਾਹੁੰਦੀ ਹੈ। ਤਾਂ ਉਹਨਾਂ ਨੇ ਕਿਹਾ ਕਿ ਠੀਕ ਹੈ, ਉਹਨਾਂ ਨੇ 4 ਤਰੀਕ ਦਾ ਸਮਾਂ ਮੰਗਿਆ ਤੇ ਜਦੋਂ ਗੱਲਬਾਤ ਅੱਗੇ ਤੁਰਦੀ ਹੈ ਤਾਂ ਇਸ ਤਰੀਕੇ ਦਾ ਡੈਮੋਕ੍ਰੈਟਿਕ ਤਰੀਕਾ ਜਿਹੜਾ ਉਹ ਸਾਨੂੰ ਅਪਣਾਉਣਾ ਪੈਂਦਾ ਹੈ। ਤੇ ਉਧਰ ਜਿਹੜੀ ਕਿਸਾਨ ਜਥੇਬੰਦੀ ਨੇ ਬਾਈਕਾਟ ਕੀਤਾ ਸੀ ਪੇਸ਼ਕਸ਼ ਦਾ, ਕੇਂਦਰ ਨੇ ਜਿਹੜੀ ਬੈਠਕ ਲਈ ਸੱਦਾ ਭੇਜਿਆ ਸੀ ਉਹਨਾਂ ਨੇ ਰੱਦ ਕਰ ਦਿੱਤਾ ਸੀ। ਕਹਿੰਦੇ ਸੀ ਕਿ ਜੇ ਸਰਕਾਰ ਦੀ ਨੀਅਤ ਸਾਫ਼ ਹੋਵੇ ਬਿਲਕੁਲ ਕਿ ਹਾਂਜੀ ਅਸੀਂ ਖੇਤੀ ਕਾਨੂੰਨ ਰੱਦ ਕਰਨੇ ਨੇ ਤਾਂ ਰੱਦ ਕਰਨ ਦਾ ਐਲਾਨ ਕਰ ਦੇਵੇ, ਉਹਦੇ ਲਈ ਮੀਟਿੰਗਾਂ ਕਰਨ ਦੀ ਕੋਈ ਬਹੁਤੀ ਲੋੜ ਨਹੀਂ ਹੁੰਦੀ, ਵਿਚਾਰ ਕਰਨ ਦੀ ਲੋੜ ਨਹੀਂ ਹੁੰਦੀ। ਸੋ ਉਸ ਜਥੇਬੰਦੀ ਦਾ ਆਪਣਾ ਇੱਕ ਸਟੈਂਡ ਹੈ, ਆਪਣਾ ਇੱਕ ਪੱਖ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਜਥੇਬੰਦੀਆਂ ਦੀ ਰੋਸ ਧਰਨਿਆਂ ਦੌਰਾਨ ਸ਼ਾਂਤੀ ਬਣਾਏ ਰੱਖਣ ਤੇ ਅਨੁਸ਼ਾਸਨ ਕਾਇਮ ਰੱਖਣ ਦੇ ਲਈ ਸ਼ਲਾਘਾ ਵੀ ਕੀਤੀ। ਤੋਮਰ ਨੇ ਬੈਠਕ ਤੋਂ ਬਾਅਦ ਇਹ ਵੀ ਕਿਹਾ ਕਿ ਕਿਸਾਨ ਲੀਡਰ ਕਾਨੂੰਨ ਵਾਪਸ ਲੈਣ ਦੀ ਮੰਗ ਉੱਤੇ ਜ਼ੋਰ ਦੇ ਰਹੇ ਨੇ, ਪਰ ਸਰਕਾਰ ਉਹਨਾਂ ਨੂੰ ਖੇਤੀ ਕਾਨੂੰਨਾਂ ਦੇ ਲਾਭਾਂ ਬਾਰੇ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਰਕਾਰ ਜਾਣਨਾ ਚਾਹੁੰਦੀ ਹੈ ਕਿ ਕਿਸਾਨਾਂ ਨੂੰ ਕਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ। ਮੰਤਰੀ ਨੇ ਕਿਹਾ ਕਿ ਸਰਕਾਰ MSP ਦੇ ਲਈ ਲਿਖਤੀ ਗਰੰਟੀ ਦੇਣ ਲਈ ਤਿਆਰ ਹੈ, ਪਰ ਕਿਸਾਨ ਚਾਹੁੰਦੇ ਨੇ ਕਿ MSP ਕਾਨੂੰਨੀ ਤੌਰ ਤੇ ਲਾਗੂ ਕੀਤੀ ਜਾਵੇ। ਬੈਠਕ ਦੇ ਵਿੱਚ ਕੇਂਦਰੀ ਮੰਤਰੀ ਪਿਊਸ਼ ਗੋਇਲ ਤੇ ਸੋਮ ਪ੍ਰਕਾਸ਼ ਵੀ ਮੌਜੂਦ ਸੀਗੇ। ਮੰਤਰੀ ਦੇ ਮੁਤਾਬਿਕ ਬੈਠਕ ਬਹੁਤ ਹੀ ਸੁਖਾਵੇਂ ਮਾਹੌਲ ਦੇ ਵਿੱਚ ਹੋਈ ਹੈ। ਦੋਵਾਂ ਧਿਰਾਂ ਨੇ ਲੰਗਰ ਵੀ ਛਕਿਆ ਹੈ। ਕਿਸਾਨ ਲੀਡਰਾਂ ਨੇ ਬਾਹਰ ਆ ਕੇ ਜਾਣਕਾਰੀ ਦਿੱਤੀ ਕਿ ਜਦੋਂ ਪਹਿਲੇ ਗੇੜ ਦੀ ਬੈਠਕ 3:30 ਵਜੇ ਖਤਮ ਹੋ ਗਈ ਸੀ ਤਾਂ ਉਸ ਤੋਂ ਬਾਅਦ ਕਿਸਾਨਾਂ ਨੇ ਜਿਹੜਾ ਆਪਦੇ ਨਾਲ ਲਿਆਂਦਾ ਲੰਗਰ ਸੀਗਾ ਉਹ ਛਕਿਆ ਤੇ ਉਹਨਾਂ ਨੇ ਮੰਤਰੀਆਂ ਨੂੰ ਵੀ ਪੇਸ਼ਕਸ਼ ਕੀਤੀ ਤੇ ਕੱਲ ਮੰਤਰੀਆਂ ਨੇ ਇਹ ਪੇਸ਼ਕਸ਼ ਕਬੂਲ ਕੀਤੀ ਤੇ ਨਾਲ ਲੰਗਰ ਛਕਿਆ ਕਿਸਾਨਾਂ ਦੇ। ਫਿਰ ਉਸ ਤੋਂ ਬਾਅਦ ਜਦੋਂ ਦੂਸਰੇ ਗੇੜ ਦੀ ਬੈਠਕ ਖਤਮ ਹੋਈ ਤਾਂ ਮੰਤਰੀਆਂ ਨੇ ਕਿਹਾ ਕਿ ਅਸੀਂ ਤੁਹਾਡੀ ਗੱਲ ਮੰਨ ਕੇ ਤੁਹਾਡੇ ਨਾਲ ਤੁਹਾਡਾ ਲੰਗਰ ਛਕਿਆ ਤੇ ਹੁਣ ਤੁਸੀਂ ਸਾਡੀ ਗੱਲ ਮੰਨ ਕੇ ਸਾਡੇ ਨਾਲ ਚਾਹ ਜ਼ਰੂਰ ਪੀਓ। ਸੋ ਕਿਸਾਨਾਂ ਨੇ ਕਹਿੰਦੇ ਵੱਡਾ ਦਿਲ ਦਿਖਾਉਂਦੇ ਹੋਏ ਕੇਂਦਰ ਦੀ ਇਸ ਪੇਸ਼ਕਸ਼ ਨੂੰ ਕਬੂਲ ਕੀਤਾ ਤੇ ਚਾਹ ਫਿਰ ਇਕੱਠਿਆਂ ਨੇ ਪੀਤੀ। ਖੇਤੀਬਾੜੀ ਮੰਤਰੀ ਨੇ ਫਿਰ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ, ਮੁੜ ਤੋਂ ਉਹਨਾਂ ਨੇ ਕਿਹਾ ਕਿ ਠੰਡ ਦੇ ਚੱਲਦਿਆਂ ਅੰਦੋਲਨ ਦੇ ਵਿੱਚ ਸ਼ਾਮਿਲ ਜਿਹੜੇ ਬਜ਼ੁਰਗ ਤੇ ਬੱਚੇ ਨੇ ਉਹਨਾਂ ਨੂੰ ਘਰ ਵਾਪਸ ਭੇਜਣ ਦਾ ਉਪਰਾਲਾ ਜਿਹੜਾ ਕੀਤਾ ਜਾਵੇ। ਉਹਨਾਂ ਨੇ ਕਿਸਾਨਾਂ ਨੂੰ ਇਹ ਅਪੀਲ ਮੁੜ ਤੋਂ ਕੀਤੀ ਹੈ। ਜਦ ਕਿ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਜਗਜੀਤ ਸਿੰਘ ਡੱਲੇਵਾਲ ਨਾਲ ਸਾਡੀ ਗੱਲ ਹੋਈ ਸੀ, ਉਹ ਕਹਿੰਦੇ ਕਿ ਵਾਪਸ ਭੇਜਣ ਦਾ ਮਤਲਬ ਹੀ ਨਹੀਂ ਬਣਦਾ। ਉਹ ਕਹਿੰਦੇ ਵਾਪਸ ਤਾਂ ਅਸੀਂ ਤਾਂ ਭੇਜੀਏ ਜੇ ਕੋਈ ਜਾਣਾ ਚਾਹੁੰਦਾ ਹੋਵੇ। ਇੱਕ ਜਿਹੜਾ ਇੱਥੇ ਧਰਨੇ ਦੇ ਵਿੱਚ ਡਟਿਆ ਹੋਇਆ, ਚਾਹੇ ਉਹ ਕਿਸਾਨ ਮਰਦ ਹੈ, ਬੀਬੀ ਹੈ, ਬਜ਼ੁਰਗ ਹੈ ਜਾਂ ਬੱਚਾ ਹੈ, ਉਹ ਤਾਂ ਵਾਪਸ ਜਾਣਾ ਹੀ ਨਹੀਂ ਚਾਹੁੰਦੇ। ਬਲਕਿ ਉਹਨਾਂ ਨੇ ਇੱਕ ਆਪਣੇ ਘਰ ਦੀ ਉਦਾਹਰਨ ਦਿੱਤੀ ਕਿ ਮੇਰਾ ਪੋਤਾ ਹੈਗਾ ਜਿਹੜਾ ਉਹ ਇੱਥੇ ਆਉਣ ਦੇ ਲਈ ਬੜਾ ਕਾਹਲਾ ਹੈ। ਉਹ ਕਹਿੰਦਾ ਵੀ ਜਾਂ ਤਾਂ ਮੈਨੂੰ ਉੱਥੇ ਲੈ ਜਾਓ ਤੇ ਜਾਂ ਫਿਰ ਮੇਰੇ ਦਾਦੇ ਨੂੰ ਬੁਲਾ ਲਓ, ਯਾਨੀ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਬੁਲਾ ਲਓ। ਸੋ ਇਸ ਤਰੀਕੇ ਦੀਆਂ ਜਿਹੜੀਆਂ ਉਦਾਹਰਨਾਂ ਨੇ, ਗੱਲਾਂ ਨੇ ਸੁਣਨ ਨੂੰ ਮਿਲ ਰਹੀਆਂ ਨੇ। ਉਹ ਕਹਿੰਦੇ ਅਸੀਂ ਵਾਪਸ ਜਾਣ ਲਈ ਇਹਨਾਂ ਨੂੰ ਕਹਿ ਹੀ ਨਹੀਂ ਸਕਦੇ ਤੇ ਨਾ ਹੀ ਅਸੀਂ ਵਾਪਸ ਜਾਣਾ ਹੈ। ਅਸੀਂ ਪ੍ਰਬੰਧ ਨੇ ਜਿਹੜੇ ਬਜ਼ੁਰਗਾਂ ਬੀਬੀਆਂ ਲਈ ਕੀਤੇ ਹੋਏ ਨੇ। ਸੋ ਇਹ ਧਰਨਾ ਜਿਹੜਾ ਇਸੇ ਤਰ੍ਹਾਂ ਚੱਲਦਾ ਰਹੇਗਾ। ਮੀਟਿੰਗ ਦੀ ਅਪਡੇਟ ਤੋਂ ਬਾਅਦ ਜੇ ਮੋਰਚਿਆਂ ਦੀ ਗੱਲ ਕਰ ਲਈਏ ਤਾਂ ਲਗਾਤਾਰ ਲੋਕ ਮੋਰਚਿਆਂ ਦੇ ਉੱਤੇ ਡਟੇ ਹੋਏ ਨੇ। ਚਾਹੇ ਕਿੰਨੀ ਵੀ ਠੰਡ ਹੋਵੇ, ਸੀਤ ਲਹਿਰ ਹੈ ਜਿਹੜੀ ਉਹ ਛਿੜੀ ਹੋਈ ਹੈ। ਪੰਜਾਬ, ਦਿੱਲੀ, ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਠੰਡ ਨੇ ਕਾਂਬਾ ਛੇੜ ਰੱਖਿਆ, ਪਰ ਬਾਵਜੂਦ ਇਸ ਦੇ ਕਿਸਾਨ ਜਿਹੋ ਜਿਹੇ ਵੀ ਹਾਲਾਤਾਂ ਦੇ ਵਿੱਚ ਉਹ ਆਪਣਾ ਗੁਜ਼ਾਰਾ ਕਰ ਰਹੇ ਨੇ ਤੇ ਲਗਾਤਾਰ ਡਟੇ ਹੋਏ ਨੇ। ਟਿੱਕਰੀ ਬਾਰਡਰ ਤੇ ਕੱਲ ਵੀ ਇੱਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ। ਥਾਣਾ ਸਦਰ ਬੁਢਲਾਡਾ ਦੇ ਪਿੰਡ ਭਾਦੜਾ ਦੇ ਨੌਜਵਾਨ ਕਿਸਾਨ ਜਗਸੀਰ ਸਿੰਘ 32 ਸਾਲ ਦੀ ਉਮਰ ਸੀ। ਉਹਨਾਂ ਦੀ ਬੀਤੀ ਰਾਤ ਦਿੱਲੀ ਦੇ ਟਿੱਕਰੀ ਬਾਰਡਰ ਨੇੜੇ ਪੈਂਦੇ ਨਵਾਂ ਗਾঁव ਵਿਚਲੇ ਪਕੌੜਾ ਚੌਂਕ ਦੇ ਵਿੱਚ ਹਾਦਸੇ ਦੌਰਾਨ ਮੌਤ ਹੋ ਗਈ। ਕਿਸਾਨ ਜਥੇਬੰਦੀ ਉਗਰਾਹਾਂ ਦੇ ਕਾਰਕੁਨ ਵਜੋਂ ਜਾਣਿਆ ਜਾਂਦਾ ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੇ ਕਿਸਾਨੀ ਘੋਲ ਵਿੱਚ ਡਟਿਆ ਹੋਇਆ ਸੀ। ਜਥੇਬੰਦੀ ਦੇ ਜ਼ਿਲ੍ਹਾ ਆਗੂ ਜੋਗਿੰਦਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਜਗਸੀਰ ਦੇ ਕਿਸੇ ਤੇਜ਼ ਰਫ਼ਤਾਰ ਵਾਹਨ ਨਾਲ ਟਕਰਾਉਣ ਕਰਕੇ ਮੌਤ ਹੋਈ ਹੈ। ਉਸ ਦੀ ਦੇਹ ਨੂੰ ਬਹਾਦਰਗੜ੍ਹ ਦੇ ਸਰਕਾਰੀ ਹਸਪਤਾਲ ਦੇ ਵਿੱਚ ਰੱਖਿਆ ਗਿਆ। ਪਰਿਵਾਰ ਦੇ ਵਿੱਚ ਪਤਨੀ ਰਮਨਦੀਪ ਕੌਰ, ਪੁੱਤਰ 7 ਸਾਲ ਦਾ ਦਿਲਪ੍ਰੀਤ ਸਿੰਘ ਤੇ ਧੀ ਹੈ ਜਿਹੜੀ ਜਸ਼ਨਦੀਪ ਕੌਰ, ਉਹ ਸਿਰਫ 3 ਸਾਲ ਦੀ ਹੈ। ਜਗਸੀਰ ਦੀ ਮੌਤ ਤੇ CPI ਦੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਸਮੇਤ ਹੋਰ ਲੀਡਰਾਂ ਨੇ ਅਫਸੋਸ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਪਰਿਵਾਰ ਨੂੰ ਤੁਰੰਤ ਵਿੱਤੀ ਸਹਾਇਤਾ ਦੇਣ ਦੀ ਮੰਗ ਕੀਤੀ ਹੈ। ਸੋ ਸੰਘਰਸ਼ੀ ਕਿਸਾਨਾਂ ਦੇ ਹੱਕ ਵਿੱਚ ਪ੍ਰਵਾਸੀ ਪੰਜਾਬੀ ਵੀ ਨਿੱਤਰ ਗਏ ਨੇ। ਇਹ ਖਬਰ ਅਸੀਂ ਤੁਹਾਨੂੰ ਕੱਲ ਹੀ ਸੁਣਾ ਦਿੱਤੀ ਸੀ ਕਿਉਂਕਿ NRI ਪੰਜਾਬੀ ਜਿਹੜੇ ਵਿਦੇਸ਼ਾਂ ਤੋਂ ਪਰਤੇ ਨੇ ਉਹਨਾਂ ਦੇ ਨਾਲ ਪਰਸੋਂ ਹੀ ਅਸੀਂ ਦਾ ਖਾਲਸ TV ਤੇ ਗੱਲਬਾਤ ਕਰ ਲਈ ਸੀ ਤੇ ਕੱਲ ਇਹ ਜਿਹੜੇ ਸਾਰੇ NRI ਪੰਜਾਬੀ ਨੇ ਉਹ ਸਿੰਘੂ ਬਾਰਡਰ ਦੀ ਸਟੇਜ ਦੇ ਉੱਤੇ ਪਹੁੰਚੇ ਸੀ। ਪ੍ਰਵਾਸੀ ਪੰਜਾਬੀਆਂ ਨੇ ਕੱਲ ਸਿੰਘੂ ਵਿੱਚ ਖੇਤੀ ਕਾਨੂੰਨਾਂ ਖਿਲਾਫ 26 ਦਸੰਬਰ ਤੋਂ ਧਰਨੇ ਤੇ ਬੈਠੇ ਕਿਸਾਨਾਂ ਦੇ ਹੱਕ ਦੇ ਵਿੱਚ ਹਮਾਇਤ ਕਰਦਿਆਂ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਹ ਪ੍ਰਵਾਸੀ ਭਾਰਤੀ NRIs ਚਲੋ ਦਿੱਲੀ ਮੁਹਿੰਮ ਦੇ ਤਹਿਤ ਇੱਥੇ ਪਹੁੰਚੇ ਨੇ। ਟੋਰਾਂਟੋ ਵਾਸੀ ਸੁਰਿੰਦਰ ਮਾਵੀ ਨੇ ਦੱਸਿਆ ਕਿ NRIs ਚਲੋ ਦਿੱਲੀ ਤਹਿਤ 100 ਤੋਂ ਵੱਧ ਪ੍ਰਵਾਸੀਆਂ ਵੱਲੋਂ ਕਿਸਾਨਾਂ ਦੀ ਹਮਾਇਤ ਕਰਦੇ ਹੋਏ ਸ਼ਮੂਲੀਅਤ ਹੈ ਜਿਹੜੀ ਉਹ ਕੀਤੀ ਗਈ ਹੈ।
ਮਾਵੀ ਨੇ ਕਿਹਾ ਕਿ ਸਾਡਾ ਜਿਹੜਾ ਮਕਸਦ ਹੈਗਾ ਉਹ NRIs ਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਸੰਗਠਿਤ ਕਰਨਾ ਤੇ ਅਸੀਂ ਉਹਨਾਂ ਚਿਰ ਇਹਨਾਂ ਮੋਰਚਿਆਂ ਦੇ ਉੱਤੇ ਲਗਾਤਾਰ ਪੜਾਅ ਦਰ ਪੜਾਅ ਜਿਹੜਾ ਡਟੇ ਰਹਾਂਗੇ ਜਦੋਂ ਤੱਕ ਕੇਂਦਰ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ। ਇਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਅਸੀਂ ਆਪਣਾ ਪ੍ਰੋਗਰਾਮ ਹੈ ਜਿਹੜਾ ਉਹ ਵੀ ਐਲਾਨਾਂਗੇ ਤੇ ਸਿੰਘੂ ਬਾਰਡਰ ਦੇ ਉੱਤੇ ਜਾਂ ਫਿਰ ਜਿੰਨੇ ਵੀ ਬਾਰਡਰ ਹੈਗੇ ਨੇ ਜਿੱਥੇ ਮੋਰਚੇ ਲੱਗੇ ਹੋਏ ਨੇ ਉੱਥੇ ਦੌਰਾ ਕਰਕੇ ਅਸੀਂ ਆਪਣਾ ਜਿਹੜਾ ਇੱਕ ਸੈੱਲ ਹੈਗਾ, ਇੱਕ ਕੈਂਪ ਹੈ, ਉਹ ਅਸੀਂ ਇੱਥੇ ਸਥਾਪਿਤ ਕਰਾਂਗੇ ਜਿੱਥੇ ਅਸੀਂ ਕਿਸਾਨਾਂ ਦੀ ਜਿਹੜੀ ਲੋੜ ਮੁਤਾਬਿਕ ਮਦਦ ਕਰ ਸਕੀਏ। ਤੇ ਦਿੱਲੀ ਦੀਆਂ ਹੱਦਾਂ ਤੇ ਧਰਨਾ ਦੇ ਰਹੀਆਂ ਕਿਸਾਨ ਯੂਨੀਅਨਾਂ ਦੇ ਲੀਡਰਾਂ ਦੇ ਵੱਲੋਂ ਹਰਿਆਣਾ ਤੇ ਦਿੱਲੀ ਦੇ ਲੋਕਾਂ ਨੂੰ ਕਿਸਾਨਾਂ ਦੇ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਣ ਦਾ ਜਿਹੜਾ ਸੱਦਾ ਦਿੱਤਾ ਗਿਆ। ਉਸ ਤੋਂ ਬਾਅਦ ਕਿਸਾਨ ਵੀ ਨਵਾਂ ਸਾਲ ਇਸ ਧਰਨੇ ਵਿੱਚ ਇਲਾਕੇ ਦੇ ਲੋਕਾਂ ਨਾਲ ਮਨਾਉਣ ਲਈ ਤਿਆਰ ਨੇ। ਲੰਗਰ ਤਿਆਰ ਕਰਨ ਵਾਲੇ ਕਿਸਾਨ ਆਪਣੀ ਤਿਆਰੀ ਕਰ ਰਹੇ ਨੇ। ਉਹਨਾਂ ਨੇ ਦੱਸਿਆ ਕਿ 1 ਜਨਵਰੀ ਨੂੰ ਲੋਕਾਂ ਦੇ ਇਕੱਠ ਨੂੰ ਦੇਖਦੇ ਹੋਏ ਅਸੀਂ ਤਿਆਰੀਆਂ ਕਰ ਰਹੇ ਹਾਂ ਤੇ ਉਹਦੇ ਮੁਤਾਬਕ ਹੀ ਅਸੀਂ ਲੰਗਰ ਤਿਆਰ ਕਰਾਂਗੇ, ਕਿਉਂਕਿ ਜ਼ਾਹਿਰ ਤੌਰ ਤੇ ਕਿਸਾਨਾਂ ਨੇ ਸੱਦਾ ਦਿੱਤਾ ਤਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 1 ਜਨਵਰੀ ਨੂੰ ਯਾਨੀ ਕਿ ਕੱਲ੍ਹ ਨੂੰ ਲੋਕ ਵੱਡੀ ਗਿਣਤੀ ਦੇ ਵਿੱਚ ਬਾਰਡਰਾਂ ਦੇ ਉੱਤੇ ਪਹੁੰਚ ਸਕਦੇ ਨੇ ਕਿਸਾਨਾਂ ਦੇ ਨਾਲ ਨਵਾਂ ਸਾਲ ਮਨਾਉਣ ਦੇ ਲਈ। ਹਰਿਆਣਾ ਦੇ ਜਿਹੜੇ ਲੋਕ ਹੈਗੇ ਨੇ ਉਹ ਵੱਡਾ ਯੋਗਦਾਨ ਪਾ ਰਹੇ ਨੇ। ਹਰਿਆਣਾ ਦੇ ਲੋਕਾਂ ਦੇ ਵੱਲੋਂ ਧਰਨਿਆਂ ਦੇ ਵਿੱਚ ਡਟੇ ਕਿਸਾਨਾਂ ਦੇ ਲਈ ਜਲੇਬੀਆਂ ਦੇ ਲੰਗਰ ਜਾਂ ਫਿਰ ਸਰੋਂ ਦਾ ਸਾਗ, ਮੱਕੀ ਦੀ ਰੋਟੀ, ਇਹਦੇ ਨਾਲ ਤਾਜ਼ੀ ਲੱਸੀ ਹੈ ਜਿਹੜੀ ਉਹ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਨਿਹੰਗ ਸਿੰਘ ਜਥੇਬੰਦੀਆਂ ਉਹ ਬਦਾਮਾਂ ਵਾਲੀ ਠੰਡਿਆਈ ਜਿਹਨੂੰ ਸ਼ਰਦਾਈ ਕਿਹਾ ਜਾਂਦਾ ਹੈ, ਸ਼ਹੀਦੀ ਦੇਗ ਕਿਹਾ ਜਾਂਦਾ ਹੈ, ਉਹ ਇੱਥੇ ਲਗਾਤਾਰ ਵਰਤਾਈ ਜਾ ਰਹੀ ਹੈ। ਪਕੌੜੇ ਹੋਣ, ਚਾਹ ਹੋਵੇ, ਬਿਸਕੁਟ ਜਾਂ ਬ੍ਰੈਡ ਜਾਂ ਫਿਰ ਫਰੂਟ, ਸੰਤਰੇ, ਕੇਲੇ, ਇਸ ਤਰ੍ਹਾਂ ਦੇ ਜਿਹੜੇ ਲੰਗਰ ਨੇ ਉਹ ਲਗਾਤਾਰ ਵਰਤਾਏ ਜਾ ਰਹੇ ਨੇ। ਉਧਰ ਪੰਜਾਬ ਦੇ ਵਿੱਚ ਕਿਸਾਨੀ ਸੰਘਰਸ਼ ਦੇ ਮੱਦੇਨਜ਼ਰ ਜਿਹੜੇ ਰਿਲਾਇੰਸ ਤੇ ਜੀਓ ਦੇ ਟਾਵਰ ਬੰਦ ਕੀਤੇ ਜਾ ਰਹੇ ਨੇ ਜਾਂ ਕਹਿ ਲਈਏ ਕਿ ਬਿਜਲੀ ਕਨੈਕਸ਼ਨ ਉਹਨਾਂ ਦੇ ਕੱਟੇ ਜਾ ਰਹੇ ਨੇ ਕਿਸਾਨਾਂ ਦੇ ਵੱਲੋਂ। ਉਸ ਤੋਂ ਬਾਅਦ ਹੁਣ ਕੰਪਨੀ ਪੂਰੀ ਤਰ੍ਹਾਂ ਦੇ ਨਾਲ ਤੜਫ ਉੱਠੀ ਹੈ। ਪਹਿਲਾਂ ਇਹ ਕੰਪਨੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚੀ ਸੀ, ਅਪੀਲ ਕੀਤੀ ਸੀ ਕਿ ਅਜਿਹੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਹੁਣ ਇਸ ਕੰਪਨੀ ਨੇ ਪੰਜਾਬ ਦੇ DGP ਕੋਲ ਵੀ ਪਹੁੰਚ ਕੀਤੀ ਹੈ। DGP ਨੂੰ ਚਿੱਠੀ ਲਿਖ ਕੇ ਕਿਹਾ ਕਿ ਤੁਹਾਡੀ ਪੁਲਿਸ ਹੈ ਜਿਹੜੀ ਉਹ ਨੁਕਸਾਨ ਪਹੁੰਚਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਨਹੀਂ ਕਰ ਰਹੀ। ਤੇ ਰਿਲਾਇੰਸ ਜੀਓ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਚਿੱਠੀ ਲਿਖ ਕੇ ਇਸ ਮਾਮਲੇ ਵਿੱਚ ਦਖਲ ਦੇਣ ਤੇ ਭੰਨ-ਤੋੜ ਦੀਆਂ ਘਟਨਾਵਾਂ ਦੇ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਹੈ ਜਿਹੜੀ ਉਹ ਕੀਤੀ ਹੈ। ਮੁੱਖ ਮੰਤਰੀ ਕੈਪਟਨ ਨੂੰ ਲਿਖੀ ਚਿੱਠੀ ਵਿੱਚ ਜੀਓ ਨੇ ਕੰਪਨੀ ਦੇ ਨੈਟਵਰਕ ਵਾਲੀਆਂ ਸਾਈਟਾਂ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਭੰਨ-ਤੋੜ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ ਹੈ। ਕੰਪਨੀ ਨੇ ਦੋਸ਼ ਲਾਇਆ ਕਿ ਭੰਨ-ਤੋੜ ਜਾਣਬੁੱਝ ਕੇ ਕੰਪਨੀ ਦੇ ਢਾਂਚੇ ਤੇ ਸੇਵਾਵਾਂ ਨੂੰ ਵੱਧ ਤੋਂ ਵੱਧ ਢਾਹ ਲਾਉਣ ਲਈ ਕੀਤੀ ਜਾ ਰਹੀ ਹੈ। ਹਾਲਾਂਕਿ ਪਿਛਲੇ ਦਿਨੀ ਕਿਸਾਨ ਲੀਡਰ ਇਹ ਐਲਾਨ ਕਰ ਚੁੱਕੇ ਨੇ ਕਿ ਇਸ ਪ੍ਰੋਗਰਾਮ ਨੂੰ ਅਸੀਂ ਮੁਲਤਵੀ ਕਰਦੇ ਹਾਂ, ਜਿਹੜਾ ਕਿ ਰਿਲਾਇੰਸ ਜੀਓ ਦੇ ਟਾਵਰ ਬੰਦ ਕਰਵਾਉਣ ਦਾ ਜਿਹੜਾ ਪ੍ਰੋਗਰਾਮ ਹੈ ਉਸ ਨੂੰ ਫਿਲਹਾਲ ਅਸੀਂ ਮੁਲਤਵੀ ਕਰਦੇ ਹਾਂ। ਆਮ ਆਦਮੀ ਪਾਰਟੀ ਦੇ ਵੱਲੋਂ ਸਿੰਘੂ ਬਾਰਡਰ ਤੇ ਕਿਸਾਨਾਂ ਦੀ ਸਹੂਲਤ ਲਈ 5 ਮੁਫਤ ਵਾਈਫਾਈ ਹੌਟਸਪੌਟ ਲਗਵਾ ਦਿੱਤੇ ਗਏ ਨੇ। ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਡਾ ਨੇ ਖੁਦ ਸਿੰਘੂ ਬਾਰਡਰ ਦਾ ਦੌਰਾ ਕੀਤਾ ਤੇ ਖੁਦ ਕੋਲ ਖੜੇ ਹੋ ਕੇ ਕਿਸਾਨਾਂ ਦੀ ਸਹੂਲਤ ਲਈ 5 ਮੁਫਤ ਵਾਈਫਾਈ ਹੌਟਸਪੌਟ ਲਗਵਾਏ। ਉਹਨਾਂ ਨੇ ਵਾਈਫਾਈ ਦੇ ਸਹੀ ਤਰ੍ਹਾਂ ਕੰਮ ਕਰਨ ਦੀ ਜਾਂਚ ਵੀ ਕੀਤੀ। ਰਾਘਵ ਚੱਡਾ ਨੇ ਹੀ ਮੰਗਲਵਾਰ ਨੂੰ ਇਸ ਸਹੂਲਤ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਉਹਨਾਂ ਨੇ ਦੱਸਿਆ ਸੀ ਕਿ ਸਿੰਘੂ ਹੱਦ ਤੇ ਜਦੋਂ ਅਸੀਂ ਲਗਾਤਾਰ ਦੌਰਾ ਕਰਦੇ ਰਹਿੰਦੇ ਹਾਂ ਤਾਂ ਕਿਸਾਨਾਂ ਨੇ ਸਾਨੂੰ ਇਸ ਮੁਸ਼ਕਿਲ ਤੋਂ ਜਾਣੂ ਕਰਵਾਇਆ ਸੀ। ਇਸੇ ਕਰਕੇ ਅਸੀਂ ਕਿਸਾਨਾਂ ਦੀ ਸਹੂਲਤ ਲਈ ਮੁਫਤ ਵਾਈਫਾਈ ਹੌਟਸਪੌਟ ਦੀ ਸਹੂਲਤ ਹੈ ਜਿਹੜੀ ਉਹ ਦਿੱਤੀ ਹੈ। ਇੱਕ ਹੌਟਸਪੌਟ ਨਾਲ ਕਰੀਬ 31,000 ਵਰਗ ਮੀਟਰ ਦਾ ਇਲਾਕਾ ਜਿਹੜਾ ਉਹ ਕਵਰ ਹੋਵੇਗਾ। ਕਿਸਾਨਾਂ ਦੇ ਸੱਦੇ ਦੇ ਮੱਦੇਨਜ਼ਰ ਬੈਂਸ ਭਰਾ ਵੀ ਦਿੱਲੀ ਸੰਘਰਸ਼ ਦੇ ਵਿੱਚ ਨਵਾਂ ਸਾਲ ਮਨਾਉਣਗੇ। ਲੋਕ ਇਨਸਾਫ ਪਾਰਟੀ ਹੈ ਜਿਹੜੀ ਉਹ ਨਵਾਂ ਸਾਲ ਕਿਸਾਨਾਂ ਦੇ ਨਾਲ ਸਿੰਘੂ ਬਾਰਡਰ ਤੇ ਮਨਾਏਗੀ। ਸਿੰਘੂ ਬਾਰਡਰ ਤੇ ਕੀਰਤਨ ਸਮਾਗਮ ਕਰਵਾਇਆ ਜਾਏਗਾ ਜਿਹਦੇ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਨੇ। ਇਸ ਸੰਬੰਧੀ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਦੱਖਣੀ ਤੋਂ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਇਹ ਐਲਾਨ ਕੀਤਾ। ਉਹਨਾਂ ਕਿਹਾ ਕਿ ਪਾਰਟੀ ਸਾਰੇ ਹੀ ਮੈਂਬਰਾਂ ਦੇ ਨਾਲ ਸਿੰਘੂ ਬਾਰਡਰ ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਨਾਲ ਨਵਾਂ ਸਾਲ ਮਨਾਏਗੀ। ਦੇਸ਼ ਦਾ ਅੰਨਦਾਤਾ ਕੜਾਕੇ ਦੀ ਠੰਡ ਵਿੱਚ ਖੁੱਲ੍ਹੇ ਅਸਮਾਨ ਥੱਲੇ ਸ਼ਾਂਤਮਈ ਸੰਘਰਸ਼ ਕਰ ਰਿਹਾ, ਪਰ ਕੇਂਦਰ ਸਰਕਾਰ ਇਸ ਨੂੰ ਹੱਲ ਕਰਨ ਦੀ ਬਜਾਏ ਜਾਣਬੁੱਝ ਕੇ ਟਾਲ-ਮਟੋਲ ਦੀ ਨੀਤੀ ਅਪਣਾ ਕੇ ਲਟਕਾ ਰਹੀ ਹੈ। ਉਹਨਾਂ ਕਿਹਾ ਕਿ ਨਵੇਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਕਿਸਾਨ ਆਪਣੇ ਖੇਤਾਂ ਦੇ ਵਿੱਚ ਮਜ਼ਦੂਰ ਬਣ ਕੇ ਰਹਿ ਜਾਣਗੇ। ਬੈਂਸ ਭਰਾਵਾਂ ਨੇ ਕਿਹਾ ਕਿ ਉਹ ਤੇ ਉਹਨਾਂ ਦੇ ਸਾਥੀ ਕਿਸਾਨ ਜਥੇਬੰਦੀਆਂ ਵੱਲੋਂ ਉਲੀਕੇ ਹਰ ਸੰਘਰਸ਼ ਦੇ ਪ੍ਰੋਗਰਾਮਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਆਏ ਨੇ ਤੇ ਲੈਂਦੇ ਹੀ ਰਹਿਣਗੇ। ਉਹਨਾਂ ਦੱਸਿਆ ਕਿ 31 ਦਸੰਬਰ ਨੂੰ ਅਸੀਂ ਵੱਡੀ ਗਿਣਤੀ ਵਿੱਚ ਆਪਣੇ ਸਾਥੀਆਂ ਸਮੇਤ ਲੁਧਿਆਣਾ ਤੋਂ ਸਿੰਘੂ ਬਾਰਡਰ ਲਈ ਰਵਾਨਾ ਹੋਵਾਂਗੇ, ਯਾਨੀ ਕਿ ਅੱਜ ਰਵਾਨਾ ਹੋਣਗੇ ਤੇ ਇੱਥੇ ਕੀਰਤਨ ਸਮਾਗਮ ਕਰਵਾਉਣਗੇ ਤੇ ਕਿਸਾਨੀ ਸੰਘਰਸ਼ ਦੀ ਜਿੱਤ, ਸਾਰੇ ਕਿਸਾਨਾਂ ਦੀ ਸਿਹਤਯਾਬੀ ਤੇ ਚੜ੍ਹਦੀ ਕਲਾ ਲਈ ਅਰਦਾਸ ਕਰਨਗੇ ਤੇ ਸੰਘਰਸ਼ ਦੇ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਵੀ ਅਰਦਾਸ ਕਰਨਗੇ। ਸਿੰਘੂ ਸਰਹੱਦ ਤੇ ਧਰਨੇ ਦੇ ਵਿੱਚ ਔਰਤਾਂ ਦੀ ਵੀ ਹੁਣ ਭਰਮੀ ਸ਼ਮੂਲੀਅਤ ਹੋਣ ਲੱਗੀ ਹੈ। ਪਹਿਲਾਂ ਟਿੱਕਰੀ ਹੱਦ ਤੇ ਹੀ ਆਪਾਂ ਦੇਖਦੇ ਸੀ ਕਿ ਵੱਡੀ ਗਿਣਤੀ ਦੇ ਵਿੱਚ ਔਰਤਾਂ ਉੱਥੇ ਪਹੁੰਚ ਰਹੀਆਂ ਨੇ, ਪਰ ਹੁਣ ਸਿੰਘੂ ਹੱਦ ਤੇ ਵੀ ਔਰਤਾਂ ਦੀ ਗਿਣਤੀ ਹੈ ਜਿਹੜੀ ਉਹ ਵਧਣ ਲੱਗੀ ਹੈ। ਕਿਸਾਨ ਲੀਡਰਾਂ ਵੱਲੋਂ ਮੁੱਖ ਸਟੇਜਾਂ ਤੋਂ ਲਗਾਤਾਰ ਦੇਸ਼ ਦੀਆਂ ਔਰਤਾਂ ਨੂੰ ਧਰਨਿਆਂ ਦੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਹੈ ਜਿਹੜੀ ਉਹ ਵਾਰ-ਵਾਰ ਕੀਤੀ ਜਾ ਰਹੀ ਸੀ ਤੇ ਉਸ ਅਪੀਲ ਦਾ ਅਸਰ ਹੈ ਹੁਣ ਹੋਣਾ ਸ਼ੁਰੂ ਹੋ ਗਿਆ।
ਟਿਕਰੀ ਬਾਰਡਰ ਤੇ ਤਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਜਥਾ ਪਹਿਲਾਂ ਹੀ ਪਹੁੰਚ ਗਿਆ ਸੀ ਤੇ ਹੁਣ ਸਿੰਘੂ ਬਾਰਡਰ ਤੇ ਵੀ ਨੌਜਵਾਨ ਲੜਕੀਆਂ ਵਿਦਿਆਰਥਣਾਂ ਚਾਹੇ ਨੌਕਰੀ ਕਰਦੀਆਂ ਹੋਣ ਬੀਬੀਆਂ ਜਾਂ ਫਿਰ ਔਰਤਾਂ ਬਜ਼ੁਰਗ ਬੀਬੀਆਂ ਪਿੰਡਾਂ 'ਚ ਰਹਿਣ ਵਾਲੀਆਂ ਸ਼ਹਿਰਾਂ 'ਚ ਰਹਿਣ ਵਾਲੀਆਂ ਸਾਰੀਆਂ ਔਰਤਾਂ ਨੇ ਜਿਹੜੀਆਂ ਉਹ ਸ਼ਿਰਕਤ ਕਰ ਰਹੀਆਂ ਨੇ ਤੇ ਦਿੱਲੀ ਤੇ ਐਨਸੀਆਰ ਤੋਂ ਵੀ ਔਰਤਾਂ ਹੁਣ ਧਰਨਿਆਂ ਦੇ ਵਿੱਚ ਸ਼ਿਰਕਤ ਕਰ ਰਹੀਆਂ ਨੇ। ਦਿੱਲੀ ਦੇ ਪੰਜਾਬੀ ਇਲਾਕਿਆਂ ਤੋਂ ਵੀ ਪਰਿਵਾਰ ਨੇ ਜਿਹੜੇ ਇੱਥੇ ਹੁਣ ਸ਼ਾਮਿਲ ਹੋ ਰਹੇ ਨੇ। ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਬਹੁਜਨ ਸਮਾਜ ਪਾਰਟੀ ਨੇ ਵੀ ਐਲਾਨ ਕੀਤਾ ਹੈ ਕਿ ਉਹਨਾਂ ਦੀ ਪਾਰਟੀ ਨਵਾਂ ਸਾਲ ਦਿੱਲੀ ਬਾਰਡਰ ਤੇ ਕਿਸਾਨਾਂ ਨਾਲ ਮਨਾਏਗੀ। ਪੰਜਾਬ ਬਸਪਾ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕਿਹਾ ਹੈ ਕਿ ਪਾਰਟੀ ਲੀਡਰ ਤੇ ਵਰਕਰ ਅੱਜ ਯਾਨੀ ਕਿ 31 ਦਸੰਬਰ ਨੂੰ ਦੁਪਹਿਰੇ 12 ਵਜੇ ਸ਼ੰਭੂ ਬੈਰੀਅਰ ਤੋਂ ਇਕੱਠੇ ਹੋ ਕੇ ਦਿੱਲੀ ਰਵਾਨਾ ਹੋਣਗੇ ਤੇ ਨਵਾਂ ਸਾਲ ਕਿਸਾਨੀ ਸੰਘਰਸ਼ ਦੇ ਨਾਲ ਮਨਾਉਣਗੇ। ਜਲੰਧਰ ਤੋਂ ਪਦਮ ਸ਼੍ਰੀ ਭਲਵਾਨ ਕਰਤਾਰ ਸਿੰਘ ਨੇ ਸਿੰਘੂ ਬਾਰਡਰ ਤੇ ਲੱਗੇ ਕਿਸਾਨ ਮੋਰਚੇ ਵਾਸਤੇ 3000 ਕਿਤਾਬਾਂ ਦੇ ਨਾਲ ਰਵਾਨਗੀ ਕੀਤੀ ਹੈ। ਇਹਨਾਂ ਦੇ ਵਿੱਚ ਜ਼ਿਆਦਾਤਰ ਇਤਿਹਾਸਿਕ ਤੇ ਧਾਰਮਿਕ ਕਿਤਾਬਾਂ ਸ਼ਾਮਿਲ ਨੇ। ਕੱਲ ਉਹਨਾਂ ਨੂੰ ਪੀਏਪੀ ਚੌਂਕ ਤੋਂ ਰਵਾਨਾ ਕਰਨ ਲਈ ਪੰਜਾਬ ਦੇ ਸਾਬਕਾ ਡੀਜੀਪੀ ਮਹਿਲ ਸਿੰਘ ਭੁੱਲਰ ਖਾਸ ਤੌਰ ਤੇ ਪਹੁੰਚੇ ਹੋਏ ਸੀ। ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਡਾਕਟਰ ਸ਼ਿਵਦਿਆਲ ਮਾਲੀ, ਬਲਵੰਤ ਭਾਟੀਆ ਸਮੇਤ ਹੋਰ ਨੌਜਵਾਨ ਵੀ ਇਸ ਮੌਕੇ ਹਾਜ਼ਰ ਸਨ। ਕਿਤਾਬਾਂ ਲੈ ਕੇ ਰਵਾਨਾ ਹੋਣ ਤੋਂ ਪਹਿਲਾਂ ਕਰਤਾਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਦੇਸ਼ ਦੇ ਲੋਕਾਂ ਵਿੱਚ ਭਾਰੀ ਗੁੱਸਾ ਹੈ। ਕੇਂਦਰ ਦੀ ਸਰਕਾਰ ਨੇ ਇਹਨਾਂ ਬਿੱਲਾਂ ਵਿੱਚ ਬੁਨਿਆਦੀ ਖਾਮੀਆਂ ਦੀ ਗੱਲ ਤਾਂ ਕਬੂਲ ਲਈ ਹੈ, ਪਰ ਉਹ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ। ਉਹਨਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਵੱਡੇ ਕਾਰੋਬਾਰੀਆਂ ਦੇ ਹੱਥਾਂ ਵਿੱਚ ਖੇਡ ਰਹੀ ਹੈ। ਕਰਤਾਰ ਸਿੰਘ ਨੇ ਕਿਹਾ ਕਿ ਬਹੁਤ ਹੀ ਚੰਗੀ ਗੱਲ ਹੈ ਕਿ ਕਿਸਾਨੀ ਮੋਰਚਿਆਂ ਵਿੱਚ ਚੰਗਾ ਸੰਵੇਦਨਸ਼ੀਲ ਮਾਹੌਲ ਬਣਿਆ ਹੋਇਆ ਹੈ ਤੇ ਪੰਜਾਬ ਤੇ ਹਰਿਆਣਾ ਦੇ ਲੋਕ ਆਪਣੇ ਇਤਿਹਾਸ ਨੂੰ ਮੁੜ ਤੋਂ ਪੜ੍ਹਨ ਦੀ ਰੁਚੀ ਲੈਣ ਲੱਗ ਪਏ ਨੇ ਤੇ ਇਸੇ ਕਰਕੇ ਉਹ 3000 ਕਿਤਾਬਾਂ ਨੇ ਜਿਹੜੀਆਂ ਉਹ ਲੈ ਕੇ ਦਿੱਲੀ ਰਵਾਨਾ ਹੋਏ ਨੇ। ਧੂਰੀ ਤੋਂ ਖਬਰ ਹੈ, ਜਿੱਥੇ ਧੂਰੀ ਦੇ ਵਿਧਾਇਕ ਦਲਬੀਰ ਸਿੰਘ ਗੋਲਡੀ ਦੇ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਧੂਰੀ ਤੋਂ ਦਿੱਲੀ ਤੱਕ ਪੈਦਲ ਯਾਤਰਾ ਕੱਲ ਸ਼ੁਰੂ ਕੀਤੀ ਗਈ। ਵਿਧਾਇਕ ਗੋਲਡੀ ਨੇ ਪੈਦਲ ਯਾਤਰਾ ਧੂਰੀ ਤੋਂ ਸ਼ੁਰੂ ਕੀਤੀ ਜੋ ਦਿੱਲੀ ਦੇ ਟਿੱਕਰੀ ਬਾਰਡਰ ਤੇ ਜਾ ਕੇ ਖਤਮ ਹੋਏਗੀ। ਉਹਨਾਂ ਕਿਹਾ ਕਿ ਇਸ ਯਾਤਰਾ ਦਾ ਸਿਆਸਤ ਦੇ ਨਾਲ ਕੋਈ ਸੰਬੰਧ ਨਹੀਂ ਹੈ, ਕਿਉਂਕਿ ਮੈਂ ਵੀ ਕਿਸਾਨ ਦਾ ਪੁੱਤਰ ਹਾਂ ਤੇ ਕਿਸਾਨੀ ਧੰਦੇ ਨਾਲ ਜੁੜਿਆ ਹੋਇਆ, ਇਸ ਲਈ ਮੇਰਾ ਫਰਜ਼ ਬਣਦਾ ਹੈ ਕਿਸਾਨਾਂ ਦੇ ਨਾਲ ਖੜ ਕੇ ਉਹਨਾਂ ਦੇ ਸੰਘਰਸ਼ ਵਿੱਚ ਸਾਥ ਦਿਆਂ। ਤੇ ਸੰਗਰੂਰ ਤੋਂ ਖਬਰ ਹੈ, ਜਿੱਥੇ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਅਤੇ ਕਿਸਾਨ ਮਜ਼ਦੂਰ ਸੰਘਰਸ਼ ਦੇ ਹੱਕ ਵਿੱਚ ਡੀਸੀ ਦਫ਼ਤਰ ਮੂਹਰੇ ਜ਼ਿਲ੍ਹਾ ਪੱਧਰੀ ਭੁੱਖ ਹੜਤਾਲ ਕੀਤੀ ਗਈ। ਬਸਪਾ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਕੈਂਥ ਦੀ ਅਗਵਾਈ ਵਿੱਚ ਕੀਤੀ ਭੁੱਖ ਹੜਤਾਲ ਦੌਰਾਨ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਵੀ ਸ਼ਾਮਲ ਹੋਏ। ਉਹਨਾਂ ਨੇ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਬਸਪਾ ਪੰਜਾਬ ਦਾ ਐਲਾਨ ਨਵਾਂ ਸਾਲ ਕਿਸਾਨਾਂ ਦੇ ਨਾਲ ਦਾ ਨਾਅਰਾ ਵੀ ਦਿੱਤਾ ਅਤੇ ਐਲਾਨ ਕੀਤਾ ਕਿ ਵੱਡੀ ਗਿਣਤੀ ਦੇ ਵਿੱਚ ਬਸਪਾ ਆਗੂ ਤੇ ਵਰਕਰ ਅੱਜ ਯਾਨੀ ਕਿ 31 ਦਸੰਬਰ ਨੂੰ ਸ਼ੰਭੂ ਬਾਰਡਰ ਦੇ ਉੱਤੇ ਅਤੇ ਨਵਾਂ ਸਾਲ ਕਿਸਾਨੀ ਅੰਦੋਲਨ ਨੂੰ ਸਮਰਪਿਤ ਦਿੱਲੀ ਦੇ ਸਿੰਘੂ ਬਾਰਡਰ ਦੇ ਉੱਤੇ ਮਨਾਉਣਗੇ ਤੇ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਬਸਪਾ ਕਿਸਾਨੀ ਸੰਘਰਸ਼ ਦਾ ਸਾਥ ਦੇਵੇਗੀ। ਪੰਜਾਬ ਦੇ ਵਿੱਚ ਕਿਸਾਨੀ ਮੋਰਚੇ ਕਿਸ ਤਰੀਕੇ ਨਾਲ ਚੱਲ ਰਹੇ ਨੇ ਉਹਦੀ ਵੀ ਗੱਲ ਕਰਾਂਗੇ ਤੇ ਪਹਿਲਾਂ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਬਾਰੇ ਕੀ ਬਿਆਨ ਦਿੱਤਾ ਹੈ, ਪ੍ਰਧਾਨ ਮੰਤਰੀ ਬਾਰੇ ਕੀ ਕਹਿੰਦੇ ਨੇ ਉਹਦੀ ਗੱਲ ਕਰ ਲੈਂਦੇ ਹਾਂ। ਰਾਹੁਲ ਗਾਂਧੀ ਨੇ ਕੱਲ੍ਹ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸੱਤਿਆਗ੍ਰਹਿ ਦੇ ਲੰਬੇ ਇਤਿਹਾਸ ਕਾਰਨ ਕਿਸਾਨ ਉਹਨਾਂ ਤੇ ਯਕੀਨ ਨਹੀਂ ਕਰਦੇ। ਵਿਅੰਗ ਕੱਸਦਿਆਂ ਉਹਨਾਂ ਨੇ ਕਿਹਾ ਪ੍ਰਧਾਨ ਮੰਤਰੀ ਮੋਦੀ ਦੇ ਕੁਝ ਬਿਆਨਾਂ ਦਾ ਹਵਾਲਾ ਦਿੱਤਾ ਤੇ ਟਵੀਟ ਕੀਤਾ ਕਿ ਹਰ ਬੈਂਕ ਖਾਤੇ ਵਿੱਚ 15 ਲੱਖ ਰੁਪਏ ਤੇ ਹਰ ਸਾਲ 2 ਕਰੋੜ ਨੌਕਰੀਆਂ, ਮੈਨੂੰ 50 ਦਿਨ ਦਿਓ ਨਹੀਂ ਤਾਂ ਅਸੀਂ ਕਰੋਨਾ ਵਾਇਰਸ ਖਿਲਾਫ 21 ਦਿਨਾਂ ਦੇ ਵਿੱਚ ਜੰਗ ਜਿੱਤਾਂਗੇ। ਨਾ ਤਾਂ ਕੋਈ ਸਾਡੀ ਹੱਦ ਵਿੱਚ ਦਾਖਲ ਹੋਇਆ ਤੇ ਨਾ ਹੀ ਕਿਸੇ ਨੇ ਸਾਡੀ ਜ਼ਮੀਨ ਉੱਤੇ ਚੌਂਕੀ ਬਣਾਈ ਹੈ। ਉਹਨਾਂ ਪੋਸਟ ਵਿੱਚ ਲਿਖਿਆ ਮੋਦੀ ਜੀ ਦੇ ਅਸੱਤਿਆਗ੍ਰਹਿ ਦੇ ਲੰਬੇ ਇਤਿਹਾਸ ਕਾਰਨ ਕਿਸਾਨ ਉਹਨਾਂ ਤੇ ਯਕੀਨ ਨਹੀਂ ਕਰਦੇ। ਉਹਨਾਂ ਨੇ ਆਨਲਾਈਨ ਸਰਵੇਖਣ ਲਈ ਇੱਕ ਸਵਾਲ ਵੀ ਪੋਸਟ ਕੀਤਾ ਤੇ 4 ਜਵਾਬ ਲਿਖੇ। ਰਾਹੁਲ ਨੇ ਲਿਖਿਆ ਪ੍ਰਧਾਨ ਮੰਤਰੀ ਖੇਤੀ ਕਾਨੂੰਨ ਰੱਦ ਕਰਨ ਤੋਂ ਇਨਕਾਰ ਕਰ ਰਹੇ ਹਨ ਕਿਉਂਕਿ ਪਹਿਲਾ ਉਹ ਕਿਸਾਨ ਵਿਰੋਧੀ ਹਨ, ਦੂਸਰਾ ਉਹਨਾਂ ਨੂੰ ਪੂੰਜੀਪਤੀ ਚਲਾਉਂਦੇ ਨੇ, ਤੀਸਰਾ ਹੰਕਾਰੀ ਹਨ, ਚੌਥਾ ਜਾਂ ਇਹ ਫਿਰ ਸਾਰੇ ਜਵਾਬ ਸਹੀ ਨੇ। ਰਾਹੁਲ ਗਾਂਧੀ ਦੇ ਟਵਿੱਟਰ ਅਕਾਊਂਟ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਸਵਾਲ ਦੇ ਹੱਕ ਦੇ ਵਿੱਚ ਕਿੰਨੀਆਂ ਵੋਟਾਂ ਪਈਆਂ ਨੇ। ਪੰਜਾਬ ਦੇ ਵਿੱਚ ਮੋਰਚੇ ਲਗਾਤਾਰ ਲੱਗੇ ਹੋਏ ਨੇ। ਪਹਿਲਾਂ ਗੱਲ ਕਰਾਂਗੇ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੀ, ਜਿੱਥੇ ਰੇਲਵੇ ਸਟੇਸ਼ਨ ਤੇ ਲਗਾਤਾਰ ਧਰਨਾ ਜਾਰੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਅੱਜ ਇਹ 99ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਤੇ ਕੱਲ ਨੂੰ ਯਾਨੀ ਕਿ ਨਵੇਂ ਸਾਲ ਦੇ ਪਹਿਲੇ ਦਿਨ 1 ਜਨਵਰੀ 2021 ਨੂੰ 100ਵੇਂ ਦਿਨ ਦੇ ਵਿੱਚ ਇਹ ਸ਼ਾਮਿਲ ਹੋ ਜਾਏਗਾ। ਕੜਾਕੇ ਦੀ ਠੰਡ ਦੌਰਾਨ ਚੱਲ ਰਹੀਆਂ ਬਰਫੀਲੀਆਂ ਹਵਾਵਾਂ ਵੀ ਕਿਸਾਨਾਂ ਦੇ ਹੌਸਲੇ ਪਸਤ ਨਹੀਂ ਕਰ ਪਾ ਰਹੀਆਂ। ਧਰਨੇ ਵਿੱਚ ਸ਼ਾਮਿਲ ਕਿਸਾਨਾਂ ਨੇ ਬਿਹਾਰ ਸਰਕਾਰ ਨੇ ਜਿਹੜਾ ਸ਼ਾਂਤਮਈ ਮੁਜ਼ਾਹਰਾਕਾਰੀ ਕਿਸਾਨ ਉਹਨਾਂ ਤੇ ਲਾਠੀਚਾਰਜ ਕੀਤਾ ਉਸ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਵੀ ਕੀਤੀ ਹੈ। ਤੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਮੋਰਚੇ ਲਗਾਤਾਰ ਚੱਲ ਰਹੇ ਨੇ ਤੇ ਕਿਸਾਨੀ ਸੰਘਰਸ਼ ਦੀ ਲੜੀ ਦੇ ਵਿੱਚ ਸਭ ਤੋਂ ਅਹਿਮ ਜਿਹੜਾ ਵਿਰੋਧ ਹੈ ਉਹ ਬੀਜੇਪੀ ਲੀਡਰਾਂ ਦਾ ਜਿਹੜਾ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਬੀਜੇਪੀ ਲੀਡਰਾਂ ਦਾ ਜਿਉਣਾ ਵੀ ਮੁਹਾਲ ਹੋਇਆ ਪਿਆ। ਉਹਨਾਂ ਦੇ ਘਰਾਂ ਦੇ ਬਾਹਰ ਧਰਨੇ ਲੱਗੇ ਹੋਏ ਨੇ, ਜਿੱਥੇ ਵੀ ਆਪਣਾ ਪ੍ਰੋਗਰਾਮ ਉਲੀਕਦੇ ਨੇ ਉੱਥੇ ਕਿਸਾਨ ਵਿਰੋਧ ਕਰਨ ਪਹੁੰਚ ਜਾਂਦੇ ਨੇ। ਬਠਿੰਡਾ ਦੀ ਤੁਹਾਨੂੰ ਖਬਰ ਦੱਸ ਦਿੰਦੇ ਹਾਂ, ਜਿੱਥੇ ਬੀਜੇਪੀ ਲੀਡਰਾਂ ਨੇ ਇੱਕ ਪ੍ਰੋਗਰਾਮ ਕੀਤਾ। ਰਵਨੀਤ ਬਿੱਟੂ ਬਠਿੰਡਾ ਦੇ ਵਿੱਚ ਲੁਧਿਆਣਾ ਦੇ ਜਿਹੜੇ ਸੰਸਦ ਮੈਂਬਰ ਰਵਨੀਤ ਬਿੱਟੂ ਉਹਨਾਂ ਦਾ ਪੁਤਲਾ ਸਾੜਨ ਦਾ ਪ੍ਰੋਗਰਾਮ ਸੀਗਾ। ਉਹਦੇ ਵਿੱਚ
3 ਦਰਜਨ ਬੀਜੇਪੀ ਵਾਲੇ ਪਹੁੰਚੇ ਹੋਏ ਸੀ, ਜਿਨ੍ਹਾਂ ਦੇ ਲਈ 200 ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਸੀ। ਪੁਲਿਸ ਦੇ ਸਖਤ ਪਹਿਰੇ ਹੇਠ ਰਵਨੀਤ ਬਿੱਟੂ ਦਾ ਪੁਤਲਾ ਜਿਹੜਾ ਉਹ ਫੂਕਿਆ ਗਿਆ। ਕਰੀਬ 3 ਦਰਜਨ ਭਾਜਪਾ ਵਰਕਰਾਂ ਦੀ ਹਿਫਾਜ਼ਤ ਦੇ ਲਈ 2 ਵਾਟਰ ਕੈਨਨ ਗੱਡੀਆਂ ਤੇ ਹੋਰ ਸੁਰੱਖਿਆ ਦੇ ਸਮਾਨ ਨਾਲ ਲਗਭਗ 200 ਪੁਲਿਸ ਮੁਲਾਜ਼ਮ ਤੈਨਾਤ ਸਨ। 5 ਦਿਨ ਪਹਿਲਾਂ ਬੀਜੇਪੀ ਦੇ ਬਠਿੰਡਾ ਦੇ ਵਿੱਚ ਹੀ ਹੋ ਰਹੇ ਸਮਾਗਮ ਨੂੰ ਕਿਸਾਨੀ ਸੰਘਰਸ਼ ਦੇ ਸਮਰਥਕਾਂ ਨੇ ਟੈਂਟ ਤੇ ਕੁਰਸੀਆਂ ਦੀ ਭੰਨ-ਤੋੜ ਕਰਕੇ ਰੁਕਵਾ ਦਿੱਤਾ ਸੀ। ਇਸ ਦੇ ਮੱਦੇਨਜ਼ਰ ਬਠਿੰਡਾ ਪੁਲਿਸ ਨੇ ਵੱਡਾ ਪਹਿਰਾ ਜਿਹੜਾ ਬੀਜੇਪੀ ਵਾਲਿਆਂ ਨੂੰ ਬਚਾਉਣ ਦੇ ਲਈ ਲਾਇਆ ਹੋਇਆ ਸੀ। ਰਵਨੀਤ ਬਿੱਟੂ ਦੇ ਉੱਤੇ ਇਲਜ਼ਾਮ ਉਹਨਾਂ ਨੇ ਇਹ ਲਾਇਆ ਕਿ ਰਵਨੀਤ ਬਿੱਟੂ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਪੰਜਾਬ ਦੇ ਵਿੱਚ ਵਿਕਾਸ ਦੀ ਥਾਂ ਬਾਦਾਮਨੀ ਫੈਲਾ ਕੇ ਦੰਗੇ ਕਰਵਾਉਣਾ ਕਾਂਗਰਸ ਦਾ ਪੁਰਾਣਾ ਏਜੰਡਾ ਹੈ। ਲੁਧਿਆਣਾ ਦੇ ਵਿੱਚ ਵੀ ਭਾਜਪਾ ਯੁਵਾ ਮੋਰਚਾ ਦੀ ਜ਼ਿਲ੍ਹਾ ਇਕਾਈ ਦੇ ਵੱਲੋਂ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਘਰ ਦੇ ਬਾਹਰ ਅਰਥੀ ਫੂਕ ਮੁਜ਼ਾਹਰਾ ਕਰਕੇ ਪੁਲਿਸ ਕਾਰਵਾਈ ਦੀ ਮੰਗ ਕੀਤੀ ਗਈ ਰਵਨੀਤ ਬਿੱਟੂ ਦੇ ਖਿਲਾਫ। ਅੰਮ੍ਰਿਤਸਰ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਭਾਜਪਾ ਯੁਵਾ ਮੋਰਚਾ ਦੇ ਵੱਲੋਂ ਬਿੱਟੂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਬਠਿੰਡਾ ਦੇ ਵਿੱਚ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਪੁਤਲਾ ਫੂਕਿਆ ਗਿਆ, ਜਿੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਉਹਨਾਂ ਦੀ ਹਿਫਾਜ਼ਤ ਦੇ ਲਈ ਲੱਗੇ ਹੋਏ ਸੀ। ਲੁਧਿਆਣਾ ਤੋਂ ਇੱਕ ਹੋਰ ਖਬਰ ਤੁਹਾਨੂੰ ਦੱਸ ਦਿੰਦੇ ਹਾਂ, ਜਿੱਥੇ ਇੱਕ ਕਿਸਾਨ ਸਮਰਥਕ ਗੁਰਪਾਲ ਸਿੰਘ ਨੇ ਕੱਲ ਸਵੇਰੇ ਪਾਰਕ ਦੇ ਵਿੱਚ ਲੱਗਣ ਵਾਲੀ ਆਰਐਸਐਸ ਦੀ ਸ਼ਾਖਾ ਦੇ ਵਿੱਚ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਆਰਐਸਐਸ ਦੇ ਮੈਂਬਰਾਂ ਨੂੰ ਸਵਾਲ ਕੀਤੇ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਉਸਨੇ ਸ਼ਾਖਾ ਦਾ ਝੰਡਾ ਵੀ ਪੁੱਟ ਸੁੱਟਿਆ। ਮੌਕੇ ਤੇ ਪਹੁੰਚੀ ਪੁਲਿਸ ਨੇ ਮਾਹੌਲ ਸ਼ਾਂਤ ਕਰਵਾਇਆ। ਗੁਰਪਾਲ ਨੇ ਕਿਹਾ ਕਿ ਮੈਂ ਉਦੋਂ ਤੱਕ ਵਿਰੋਧ ਕਰਦਾ ਰਹਾਂਗਾ ਜਦੋਂ ਤੱਕ ਕਿਸਾਨ ਮਾਰੂ ਕਾਨੂੰਨ ਵਾਪਸ ਨਹੀਂ ਹੁੰਦੇ। ਸੋ ਆਰਐਸਐਸ ਦੀ ਸ਼ਾਖਾ ਦੇ ਵਿੱਚ ਕਿਸਾਨ ਸਮਰਥਕ ਨੇ ਜਾ ਕੇ ਭੜਥੂ ਪਾ ਦਿੱਤਾ। ਗੁਰਪਾਲ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਆਰਐਸਐਸ ਦੇ ਇਸ਼ਾਰੇ ਉੱਤੇ ਚੱਲਦੇ ਨੇ, ਇਸੇ ਲਈ ਮੈਂ ਉੱਥੇ ਗਿਆ ਸੀ। ਉਸਨੇ ਕਿਹਾ ਕਿ ਇਹ ਪਾਰਕ ਲੋਕਾਂ ਦੀ ਹੈ, ਜੇ ਇੱਥੇ ਆਰਐਸਐਸ ਆਪਣਾ ਝੰਡਾ ਲਾਉਣਾ ਚਾਹੁੰਦੀ ਹੈ ਤਾਂ ਕਿਸਾਨਾਂ ਦਾ ਝੰਡਾ ਵੀ ਲਾਇਆ ਜਾਵੇ। ਚੇਤਾਵਨੀ ਦਿੱਤੀ ਕਿ ਜੇ ਲੋੜ ਪਈ ਤਾਂ ਮੈਂ ਦੁਬਾਰਾ ਉਹਨਾਂ ਦਾ ਝੰਡਾ ਪੁੱਟ ਕੇ ਸੁੱਟ ਦਿਆਂਗਾ। ਗੁਰਪਾਲ ਨੇ ਇਹ ਵੀ ਦੱਸਿਆ ਕਿ ਮੈਂ ਆਰਐਸਐਸ ਮੈਂਬਰਾਂ ਨੂੰ ਇਹੀ ਕਿਹਾ ਹੈ ਕਿ ਉਹ ਉੱਪਰ ਬੈਠੇ ਆਪਣੇ ਲੀਡਰਾਂ ਨੂੰ ਆਖ ਕੇ ਪ੍ਰਧਾਨ ਮੰਤਰੀ ਨੂੰ ਸਮਝਾਉਣ ਤੇ ਪ੍ਰਧਾਨ ਮੰਤਰੀ ਕਿਸਾਨਾਂ ਦੀ ਗੱਲ ਸੁਣਨ। ਖੇਤੀ ਬਿੱਲਾਂ ਦੇ ਨਾਲ ਜੁੜੀਆਂ ਖਬਰਾਂ ਦੇ ਨਾਲ ਇੱਕ ਖਬਰ ਤੁਹਾਨੂੰ ਹੋਰ ਵੀ ਦੱਸ ਦਿੰਦੇ ਹਾਂ ਕਿ ਪੰਜਾਬ ਵਾਸੀਆਂ ਨੂੰ ਨਵੇਂ ਸਾਲ ਤੇ ਮਹਿੰਗੀ ਬਿਜਲੀ ਦਾ ਤੋਹਫਾ ਮਿਲਣ ਵਾਲਾ ਹੈ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਵੱਲੋਂ ਪਾਵਰਕਾਮ ਦੀਆਂ ਨਵੀਆਂ ਬਿਜਲੀ ਦਰਾਂ ਸੰਬੰਧੀ ਪਟੀਸ਼ਨ ਪ੍ਰਵਾਨ ਕਰ ਲਈ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਯਾਨੀ ਕਿ ਪਾਵਰਕਾਮ ਦੀ ਅਗਲੇ ਵਿੱਤੀ ਸਾਲ 2021-22 ਲਈ ਬਿਜਲੀ ਦਰਾਂ ਦੇ ਵਿੱਚ ਅਨੁਮਾਨਿਤ 8% ਵਾਧਾ ਕਰਨ ਦੀ ਦਾਇਰ ਪਟੀਸ਼ਨ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਪ੍ਰਵਾਨ ਕਰਕੇ ਅਗਲੇ ਦਿਨਾਂ ਤੋਂ ਸੁਣਵਾਈ ਪ੍ਰਕਿਰਿਆ ਆਰੰਭਣ ਦਾ ਫੈਸਲਾ ਕੀਤਾ ਹੈ। ਦਰਅਸਲ ਸੂਬੇ ਦੇ ਵਿੱਚ ਬਿਜਲੀ ਦਰਾਂ ਪਹਿਲਾਂ ਹੀ ਕਈ ਸੂਬਿਆਂ ਤੋਂ ਵੱਧ ਹੋਣ ਕਰਕੇ ਬਿਜਲੀ ਖਪਤਕਾਰਾਂ ਦੇ ਵਿੱਚ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਪ੍ਰਤੀ ਤਿੱਖਾ ਰੋਸ ਹੈ। ਭਾਵੇਂ ਕੈਪਟਨ ਸਰਕਾਰ ਨੇ ਆਉਂਦਿਆਂ ਹੀ ਲੋਕਾਂ ਨੂੰ ਘਰੇਲੂ ਬਿਜਲੀ 5 ਰੁਪਏ ਪ੍ਰਤੀ ਯੂਨਿਟ ਦੇਣ ਦਾ ਵਾਅਦਾ ਕੀਤਾ ਸੀ, ਜੋ 4 ਸਾਲ ਬੀਤਣ ਤੇ ਵੀ ਵਫਾ ਨਹੀਂ ਹੋ ਸਕਿਆ। ਸਿਰਫ ਇਹ ਵਾਅਦਾ ਹੀ ਝੂਠਾ ਵਾਅਦਾ ਹੀ ਬਣ ਕੇ ਹਾਲੇ ਤੱਕ ਚੱਲਿਆ ਆ ਰਿਹਾ ਹੈ। ਇਹ ਵਾਅਦਾ ਤਾਂ ਕੀ ਵਫਾ ਹੋਣਾ ਸੀ, ਉਲਟਾ ਬਿਜਲੀ ਖਪਤਕਾਰਾਂ ਤੇ ਅਨੁਮਾਨਿਤ 9 ਰੁਪਏ ਪ੍ਰਤੀ ਯੂਨਿਟ ਦੀ ਦਰ ਤੱਕ ਬਿਜਲੀ ਦੇ ਭਾਅ ਥੋਪੇ ਜਾ ਰਹੇ ਨੇ। ਲਿਹਾਜ਼ਾ ਮਹਿੰਗੀ ਬਿਜਲੀ ਦੇ ਬੋਝ ਕਾਰਨ ਸੂਬੇ ਦੇ ਲੱਖਾਂ ਦੀ ਗਿਣਤੀ ਵਿੱਚ ਬਿਜਲੀ ਖਪਤਕਾਰ ਡਿਫਾਲਟਰਾਂ ਦੀ ਸ਼੍ਰੇਣੀ ਦੇ ਵਿੱਚ ਨੇ। ਕੋਵਿਡ-19 ਦੌਰਾਨ ਵੀ ਲੋਕਾਂ ਨੂੰ ਬਿਜਲੀ ਦੇ ਵੱਡੇ ਬਿੱਲ ਅਦਾ ਕਰਨ ਲਈ ਮਜਬੂਰ ਹੋਣਾ ਪਿਆ ਸੀ ਤੇ ਅਜਿਹੇ ਮਾਹੌਲ ਦੇ ਵਿੱਚ ਵੀ ਖਪਤਕਾਰਾਂ ਨੂੰ ਕੋਈ ਰਾਹਤ ਦੇਣ ਦੀ ਬਜਾਏ ਪਾਵਰਕਾਮ ਨੇ ਪਿਛਲੇ ਦਿਨੀ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਕੋਲ ਨਵੀਆਂ ਬਿਜਲੀ ਦਰਾਂ 2021-22 ਦੇ ਲਈ ਦਾਇਰ ਪਟੀਸ਼ਨ ਵਿੱਚ ਅਨੁਮਾਨਿਤ 8% ਦੀ ਬਿਜਲੀ ਮਹਿੰਗੀ ਕਰਨ ਦੀ ਪ੍ਰਵਾਨਗੀ ਮੰਗੀ ਹੈ ਤੇ ਉਸ ਨੂੰ ਪ੍ਰਵਾਨ ਵੀ ਕਰ ਲਿਆ ਗਿਆ ਤੇ ਇਹਦੀ ਪੁਸ਼ਟੀ ਹੈ ਜਿਹੜੀ ਕਮਿਸ਼ਨ ਦੀ ਚੇਅਰਪਰਸਨ ਕੁਸਮਜੀਤ ਸਿੱਧੂ ਨੇ ਕਰ ਦਿੱਤੀ ਹੈ। ਹਾਲਾਂਕਿ ਖੇਤੀ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ ਕਿਸਾਨਾਂ ਨੂੰ ਪੰਜਾਬ ਦੇ ਵਿੱਚ, ਪਰ ਜੇਕਰ ਬਿਜਲੀ ਦੀਆਂ ਦਰਾਂ ਮਹਿੰਗੀਆਂ ਹੁੰਦੀਆਂ ਨੇ ਤਾਂ ਵੱਖ-ਵੱਖ ਵਰਗਾਂ ਦੀ ਮੁਫਤ ਬਿਜਲੀ ਦੀ ਸਬਸਿਡੀ ਵਿੱਚ ਵੀ 300 ਕਰੋੜ ਦੇ ਕਰੀਬ ਵਾਧਾ ਹੋਣ ਦੀ ਸੰਭਾਵਨਾ ਮੰਨੀ ਜਾ ਰਹੀ ਹੈ, ਜਦੋਂ ਕਿ ਪਾਵਰਕਾਮ ਨੂੰ ਸਬਸਿਡੀ ਦੀ ਰਕਮ ਪਹਿਲਾਂ ਹੀ ਸਰਕਾਰ ਵੱਲੋਂ ਰੱਟੇ-ਹਾਲੀ ਹੀ ਮਿਲ ਰਹੀ ਹੈ। ਕਿਸਾਨੀ ਸੰਘਰਸ਼ ਦੇ ਨਾਲ ਜੁੜੀ ਖਬਰ ਕੈਨੇਡਾ ਤੋਂ ਆ ਰਹੀ ਹੈ, ਜਿੱਥੇ ਵੈਨਕੂਵਰ ਦੇ ਵਿੱਚ ਭਾਰਤੀ ਸਫਾਰਤਖਾਨੇ ਦੇ ਮੂਹਰੇ ਰੋਸ ਪ੍ਰਦਰਸ਼ਨ ਕਰਕੇ ਲੋਕਾਂ ਨੇ ਇੱਕ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ। ਪ੍ਰਦਰਸ਼ਨਕਾਰੀ ਲੋਕਾਂ ਨੇ ਮੰਗ ਕੀਤੀ ਕਿ ਭਾਰਤ ਸਰਕਾਰ ਦੇ ਵੱਲੋਂ ਨਵੇਂ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਦੇ ਨਾਲ ਜਿਨਸਾਂ ਦੇ ਵਾਜਬ ਭਾਅ ਦੇਣ ਦੀ ਗਰੰਟੀ ਦਿੱਤੀ ਜਾਣੀ ਚਾਹੀਦੀ ਹੈ। ਰੋਸ ਪ੍ਰਦਰਸ਼ਨ ਦਾ ਸੱਦਾ ਤਰਕਸ਼ੀਲ ਸੁਸਾਇਟੀ ਆਫ ਕੈਨੇਡਾ ਤੇ ਈਸਟ ਇੰਡੀਆ ਡਿਫੈਂਸ ਕਮੇਟੀ ਦੇ ਵੱਲੋਂ ਦਿੱਤਾ ਗਿਆ ਸੀ। ਲੋਕਾਂ ਨੇ ਵੱਡੀ ਪੱਧਰ ਤੇ ਇਸ ਮੁਜ਼ਾਹਰੇ ਦੇ ਵਿੱਚ ਸ਼ਮੂਲੀਅਤ ਕੀਤੀ ਤੇ ਹੱਥਾਂ ਦੇ ਵਿੱਚ ਨਾਅਰੇ ਲਿਖੀਆਂ ਤਖਤੀਆਂ ਤੇ ਬੈਨਰ ਨੇ ਜਿਹੜੇ ਉਹ ਫੜੇ ਹੋਏ ਸੀ। ਕੈਨੇਡਾ ਦੇ ਕੈਲਗਰੀ ਦੇ ਵਿੱਚ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਪੰਜਾਬੀ ਸਟੋਰ ਮਾਲਕਾਂ ਦੇ ਵੱਲੋਂ ਬਾਬਾ ਰਾਮਦੇਵ, ਅੰਬਾਨੀ ਤੇ ਅਡਾਨੀ ਦੀਆਂ ਕੰਪਨੀਆਂ ਦਾ ਸਮਾਨ ਵੇਚਣ ਤੋਂ ਕੋਰੀ ਨਾ ਕਰ ਦਿੱਤੀ ਗਈ ਹੈ। ਕੈਲਗਰੀ ਤੋਂ ਸਾਂਝਾ ਪੰਜਾਬ ਗਰੋਸਰੀ ਸਟੋਰ ਦੇ ਜਗਦੀਪ ਸਿੰਘ ਸਿੱਧੂ ਨੇ ਕਿਹਾ ਕਿ ਉਹ ਕਿਸਾਨ ਦੇ ਪੁੱਤ ਨੇ ਤੇ ਹਮੇਸ਼ਾ ਕਿਸਾਨਾਂ ਦੇ ਨਾਲ ਹੀ ਖੜਨਗੇ। ਉਹਨਾਂ ਕਿਹਾ ਕਿ ਮੇਰੇ ਸਟੋਰਾਂ ਤੋਂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਦਾ ਸਮਾਨ ਨਹੀਂ ਵੇਚਿਆ ਜਾਏਗਾ ਤੇ ਜਿਹੜਾ ਸਮਾਨ ਮੌਜੂਦ ਹੈ ਉਸ ਨੂੰ ਕੱਢ ਦਿੱਤਾ ਜਾਏਗਾ। ਕੈਲਗਰੀ ਤੇ ਐਡਮਿੰਟਨ ਵਿਚਲੇ ਫਰੂਟੀ ਕੈਨਾ ਸਟੋਰਾਂ ਤੇ ਵੀ ਪਤੰਜਲੀ ਕੰਪਨੀ ਦੇ ਉਤਪਾਦਾਂ ਦੀ ਵਿਕਰੀ ਹੈ ਜਿਹੜੀ ਉਹ ਬੰਦ ਕਰ ਦਿੱਤੀ ਗਈ ਹੈ।
ਪੰਜਾਬ ਦੀਆਂ ਖਬਰਾਂ ਦੇ ਵਿੱਚ ਇੱਕ ਹੋਰ ਖਬਰ ਨਵਜੋਤ ਸਿੱਧੂ ਨਾਲ ਜੁੜੀ ਦੱਸ ਦਿੰਦੇ ਹਾਂ ਕਿ ਧਾਰਮਿਕ ਚਿੰਨ੍ਹਾਂ ਵਾਲੀ ਲੋਈ ਦੇ ਮਸਲੇ ਦੇ ਵਿੱਚ ਨਵਜੋਤ ਸਿੱਧੂ ਨੇ ਸਿੱਖ ਜਗਤ ਕੋਲੋਂ ਮਾਫੀ ਮੰਗ ਲਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਨੋਟਿਸ ਲਏ ਜਾਣ ਤੋਂ ਬਾਅਦ ਕਾਂਗਰਸੀ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਸਿੱਖ ਜਗਤ ਤੋਂ ਮਾਫੀ ਮੰਗੀ ਹੈ। ਇੱਕ ਓਅੰਕਾਰ ਅਤੇ ਖੰਡੇ ਦੇ ਨਿਸ਼ਾਨ ਵਾਲੀ ਲੋਈ ਲੈਣ ਨੂੰ ਉਹਨਾਂ ਨੇ ਅਣਜਾਣੇ ਦੇ ਵਿੱਚ ਹੋਈ ਗਲਤੀ ਕਰਾਰ ਦਿੱਤਾ ਹੈ। ਫੇਸਬੁੱਕ ਅਤੇ ਟਵਿੱਟਰ ਦੇ ਉੱਤੇ ਆਪਣੀਆਂ ਭਾਵਨਾਵਾਂ ਦਰਜ ਕਰਦਿਆਂ ਸਿੱਧੂ ਨੇ ਕੱਲ੍ਹ ਮਾਫੀ ਮੰਗ ਲਈ। ਧਾਰਮਿਕ ਚਿੰਨ੍ਹਾਂ ਵਾਲੀ ਲੋਈ ਲੈਣ ਕਾਰਨ ਪੈਦਾ ਹੋਏ ਵਿਵਾਦ ਦੇ ਮਾਮਲੇ ਦੇ ਵਿੱਚ ਸਿੱਧੂ ਨੇ ਆਪਣੇ ਫੇਸਬੁੱਕ ਖਾਤੇ ਵਿੱਚ ਲਿਖਿਆ ਹੈ ਕਿ ਗੁਰੂ ਸਿੱਖ ਸੰਗਤ ਅਤੇ ਅਕਾਲ ਤਖਤ ਸਾਹਿਬ ਸਰਵਉੱਚ ਹਨ। ਜੇ ਮੈਂ ਅਣਜਾਣੇ ਵਿੱਚ ਕਿਸੇ ਵੀ ਸਿੱਖ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤਾਂ ਇਸ ਲਈ ਮੈਂ ਮਾਫੀ ਮੰਗਦਾ। ਲੱਖਾਂ ਲੋਕ ਆਪਣੇ ਸਰੀਰ, ਪੱਗਾਂ ਤੇ ਕੱਪੜਿਆਂ ਤੇ ਬੜੇ ਮਾਣ ਨਾਲ ਧਾਰਮਿਕ ਚਿੰਨ੍ਹ ਬਣਵਾਉਂਦੇ ਨੇ। ਮੈਂ ਵੀ ਇੱਕ ਨਿਮਾਣੇ ਸਿੱਖ ਵਾਂਗ ਅਣਜਾਣੇ ਵਿੱਚ ਇਹ ਲੋਈ ਪਹਿਨ ਲਈ ਸੀ। ਤੇ ਸਿੱਧੂ ਨੇ ਅੰਗਰੇਜ਼ੀ ਤੇ ਪੰਜਾਬੀ ਦੋਵੇਂ ਭਾਸ਼ਾਵਾਂ ਦੇ ਵਿੱਚ ਮਾਫੀ ਮੰਗੀ ਹੈ। ਸਿੱਧੂ ਦੇ ਦਫ਼ਤਰ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਪਰਸੋਂ ਸਿੱਖ ਯੂਥ ਪਾਵਰ ਆਫ ਪੰਜਾਬ ਨਾਂ ਦੀ ਜਥੇਬੰਦੀ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਪੁਲਿਸ ਨੂੰ ਵੀ ਇਸ ਸੰਬੰਧੀ ਸ਼ਿਕਾਇਤ ਪੱਤਰ ਦੇ ਕੇ ਕਾਰਵਾਈ ਦੀ ਮੰਗ ਸਿੱਧੂ ਦੇ ਖਿਲਾਫ ਕੀਤੀ ਗਈ ਸੀ, ਜਿਸ ਤੋਂ ਬਾਅਦ ਜਥੇਦਾਰ ਸਾਹਿਬ ਨੇ ਵੀ ਕਿਹਾ ਸੀ ਕਿ ਸਿੱਧੂ ਨੂੰ ਸਿੱਖ ਜਗਤ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਗਲਤੀ ਹੋਈ ਹੈ। ਉਸ ਤੋਂ ਬਾਅਦ ਕੱਲ੍ਹ ਹੀ ਸਿੱਧੂ ਨੇ ਮਾਫੀ ਮੰਗ ਲਈ ਹੈ। ਪੰਜਾਬ ਮੰਤਰੀ ਮੰਡਲ ਦੀ ਕੱਲ੍ਹ ਬੈਠਕ ਹੋਈ ਹੈ, ਉਹਦੇ ਵਿੱਚ ਕੀ ਹੋਇਆ ਇਹ ਆਪਾਂ ਜਾਣ ਲੈਂਦੇ ਹਾਂ। ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਨੇ 10 ਵਿਭਾਗਾਂ ਦੇ ਵਿੱਚੋਂ 2375 ਨੌਕਰੀਆਂ ਖਤਮ ਕਰ ਦਿੱਤੀਆਂ ਨੇ। 10 ਵਿਭਾਗਾਂ ਦੇ ਪੁਨਰਗਠਨ ਨੂੰ ਪ੍ਰਵਾਨਗੀ ਦੇਣ ਦੇ ਨਾਲ 2375 ਅਸਾਮੀਆਂ ਖਤਮ ਹੋ ਜਾਣਗੀਆਂ ਤੇ ਇਸ ਦੇ ਨਾਲ ਹੀ ਪਹਿਲੇ ਗੇੜ ਦੇ ਵਿੱਚ 785 ਅਸਾਮੀਆਂ ਨਵੀਆਂ ਵੀ ਸਿਰਜੀਆਂ ਜਾਣਗੀਆਂ। ਮੰਤਰੀ ਮੰਡਲ ਵੱਲੋਂ ਨਵੇਂ ਸਾਲ ਦੇ ਤੋਹਫੇ ਦੇ ਵਜੋਂ 31 ਮਾਰਚ ਤੱਕ 50,000 ਸਰਕਾਰੀ ਅਸਾਮੀਆਂ ਤੇ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਨੂੰ ਵੀ ਹਰੀ ਝੰਡੀ ਦਿੱਤੀ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੋਈ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਲੰਬੇ ਸਮੇਂ ਤੋਂ ਖਾਲੀ ਪਈਆਂ ਗੈਰ ਜ਼ਰੂਰੀ ਅਸਾਮੀਆਂ ਦੀ ਥਾਂ ਤੇ ਨਵੀਆਂ ਤੇ ਤਰਕਸੰਗਤ ਅਸਾਮੀਆਂ ਸਿਰਜਣ ਦਾ ਫੈਸਲਾ ਲਿਆ ਗਿਆ। ਵਿਭਾਗੀ ਕਾਰਗੁਜ਼ਾਰੀ ਬਿਹਤਰ ਬਣਾਉਣ ਦੇ ਲਈ ਇਸ ਕਦਮ ਨੂੰ ਜਾਇਜ਼ ਦੱਸਿਆ ਗਿਆ। ਮੰਤਰੀ ਮੰਡਲ ਨੇ ਮੁੱਖ ਮੰਤਰੀ ਨੂੰ ਵਿਭਾਗਾਂ ਦੇ ਪੁਨਰਗਠਨ ਤੋਂ ਬਾਅਦ ਪ੍ਰਸਤਾਵਿਤ ਭਰਤੀ ਲਈ ਜਿੱਥੇ ਲੋੜ ਹੋਵੇ ਨਿਯਮਾਂ ਦੇ ਵਿੱਚ ਸੋਧ ਕਰਨ ਦਾ ਅਧਿਕਾਰ ਵੀ ਦੇ ਦਿੱਤਾ ਹੈ। ਮੰਤਰੀ ਮੰਡਲ ਦੇ ਫੈਸਲੇ ਤੋਂ ਬਾਅਦ ਪੁਨਰਗਠਨ ਕੀਤੇ ਜਾਣ ਵਾਲੇ 10 ਵਿਭਾਗਾਂ ਦੇ ਵਿੱਚ ਕਿਰਤ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਲੋਕ ਨਿਰਮਾਣ ਵਿਭਾਗ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਸਥਾਨਕ ਸਰਕਾਰਾਂ, ਪ੍ਰਿੰਟਿੰਗ ਤੇ ਸਟੇਸ਼ਨਰੀ, ਖੇਡਾਂ ਤੇ ਯੁਵਕ ਸੇਵਾਵਾਂ, ਰੱਖਿਆ ਸੇਵਾਵਾਂ, ਭਲਾਈ ਤੇ ਸਹਿਕਾਰਤਾ ਵਿਭਾਗ ਸ਼ਾਮਿਲ ਨੇ। ਕੈਬਨਿਟ ਨੇ ਪੰਜਾਬ ਨਿੱਜੀ ਸੁਰੱਖਿਆ ਏਜੰਸੀਆਂ ਰੂਲਸ 2020 ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਸਿੱਟੇ ਵਜੋਂ ਨਗਦੀ ਦੀ ਢੁਆਈ ਦੇ ਵਿੱਚ ਸ਼ਾਮਿਲ ਸਾਰੀਆਂ ਏਜੰਸੀਆਂ ਨੂੰ ਹੁਣ ਸਟੇਟ ਕੰਟਰੋਲਿੰਗ ਅਥਾਰਟੀ ਤੋਂ ਲਾਇਸੈਂਸ ਲੈਣਾ ਜ਼ਰੂਰੀ ਹੋਵੇਗਾ। ਮੰਤਰੀ ਮੰਡਲ ਨੇ ਪੰਜਾਬ ਰਾਜ ਅੰਕੜਾ ਨੀਤੀ ਯਾਨੀ ਕਿ PSDP ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਅੰਕੜਾ ਨੀਤੀ ਨਾਗਰਿਕਾਂ ਨੂੰ ਸੁਚੱਜੀ ਤੇ ਸੁਰੱਖਿਅਤ ਈ-ਗਵਰਨੈਂਸ ਪ੍ਰਣਾਲੀ ਦੇ ਰਾਹੀਂ ਸੇਵਾਵਾਂ ਪ੍ਰਦਾਨ ਕਰਨ, ਅੰਕੜਿਆਂ ਤੇ ਤਕਨਾਲੋਜੀ ਦਾ ਲਾਭ ਸੁਖਾਲੇ ਢੰਗ ਨਾਲ ਲੈਣ ਲਈ ਮਹੱਤਵਪੂਰਨ ਸਾਬਿਤ ਹੋਵੇਗੀ। ਕੈਬਨਿਟ ਦੇ ਵਿੱਚ ਸਿੱਖਿਆ ਵਿਭਾਗ ਦੇ ਸਟੇਟ ਕਾਉਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਡਾਇਰੈਕਟੋਰੇਟ ਯਾਨੀ ਕਿ SCERT ਤੇ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾਵਾਂ ਦੇ ਮੁਲਾਜ਼ਮਾਂ ਦਾ ਵੱਖਰਾ ਕਾਡਰ ਬਣਾਉਣ ਨੂੰ ਪ੍ਰਵਾਨਗੀ ਵੀ ਦਿੱਤੀ ਗਈ। ਪਟਿਆਲਾ ਦਿਹਾਤੀ ਦੇ ਵਿੱਚ ਨਵਾਂ ਬਲਾਕ ਬਣਾਉਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਸਰਕਾਰ ਨੇ ਸਰਹੱਦੀ ਸੂਬੇ ਵਿੱਚ ਡਰੋਨਾਂ ਰਾਹੀਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਪੁਲਿਸ ਬਲ ਦੀ ਅੱਤਵਾਦ ਰੋਕੂ ਸਮਰੱਥਾ ਨੂੰ ਵਧਾਉਣ ਤੇ ਸਰਹੱਦ ਦੇ ਪਰਲੇ ਪਾਸੇ ਅੱਤਵਾਦ ਨੂੰ ਠੱਲਣ ਦੇ ਲਈ ਵਿਸ਼ੇਸ਼ ਉਦੇਸ਼ ਵਾਹਨ ਯਾਨੀ ਕਿ SPV ਸਥਾਪਿਤ ਕਰਨ ਦਾ ਵੀ ਫੈਸਲਾ ਲਿਆ ਹੈ। ਮੰਤਰੀ ਮੰਡਲ ਨੇ ਸੂਬੇ ਦੇ ਵਿੱਚ ਮਹਿਲਾ ਮੁਖੀ ਪਰਿਵਾਰਾਂ ਦੇ ਸਸ਼ਕਤੀਕਰਨ ਦੀ ਕੋਸ਼ਿਸ਼ ਦੇ ਵਜੋਂ ਮਾਤਾ ਤ੍ਰਿਪਤਾ ਮਹਿਲਾ ਯੋਜਨਾ ਨੂੰ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਦੇ ਵਿੱਚ 54,86,851 ਪਰਿਵਾਰ ਨੇ, ਜਿਨ੍ਹਾਂ ਵਿੱਚੋਂ 7,96,030 ਪਰਿਵਾਰਾਂ ਦੀਆਂ ਮੁਖੀ ਔਰਤਾਂ ਨੇ। ਇਸ ਯੋਜਨਾ ਦੇ ਤਹਿਤ ਪਰਿਵਾਰ ਦੀ ਮੁਖੀ ਵਿਧਵਾ ਜਾਂ ਫਿਰ ਇਕੱਲੀ ਰਹਿ ਰਹੀ ਔਰਤ ਜਾਂ ਫਿਰ ਪਰਿਵਾਰ ਤੋਂ ਅਲੱਗ ਰਹਿ ਰਹੀ ਔਰਤ, ਤਲਾਕਸ਼ੁਦਾ ਔਰਤ, ਅਣਵਿਆਹੀ ਮਹਿਲਾ ਔਰਤ ਹੈ ਜਿਹੜੀ ਉਹਨੂੰ ਲਾਭ ਮਿਲੇਗਾ ਤੇ ਉਹ ਪਰਿਵਾਰ ਦੇ ਵਿੱਚ ਕਮਾਉਣ ਵਾਲੀ ਇਕੱਲੀ ਮੈਂਬਰ ਹੋਣੀ ਚਾਹੀਦੀ ਹੈ, ਤਾਂ ਹੀ ਇਸ ਯੋਜਨਾ ਦੇ ਤਹਿਤ ਲਾਭ ਮਿਲੇਗਾ। ਲਾਭ ਕੀ ਮਿਲੇਗਾ ਉਹ ਪੰਜਾਬ ਸਰਕਾਰ ਦੀ ਅਧਿਕਾਰਿਤ ਵੈਬਸਾਈਟ ਤੇ ਜਾ ਕੇ ਤੁਸੀਂ ਪੜ੍ਹ ਸਕਦੇ ਹੋ। ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੇ ਘਟ ਰਹੇ ਕੇਸਾਂ ਦੇ ਕਾਰਨ 1 ਜਨਵਰੀ ਤੋਂ ਰਾਤ ਦਾ ਕਰਫਿਊ ਹਟਾਉਣ ਦਾ ਫੈਸਲਾ ਲਿਆ, ਯਾਨੀ ਕਿ ਕੱਲ੍ਹ ਨੂੰ ਨਵੇਂ ਸਾਲ ਮੌਕੇ ਰਾਤ ਦਾ ਕਰਫਿਊ ਪੰਜਾਬ ਦੇ ਵਿੱਚ ਖਤਮ ਹੋ ਜਾਏਗਾ। ਸਰਕਾਰ ਨੇ ਲੋਕਾਂ ਨੂੰ COVID-19 ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਜ਼ਰੂਰ ਦਿੱਤੀ ਹੈ, ਪਰ ਨਾਲ ਹੀ ਉਹਨਾਂ ਦੱਸਿਆ ਕਿ 31 ਦਸੰਬਰ ਤੱਕ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਸਾਰੇ ਸ਼ਹਿਰਾਂ ਵਿੱਚ ਕਰਫਿਊ ਜਾਰੀ ਰਹੇਗਾ। ਹੋਟਲ, ਰੈਸਟੋਰੈਂਟ ਤੇ ਮੈਰਿਜ ਪੈਲੇਸ ਰਾਤ 9:30 ਵਜੇ ਬੰਦ ਹੋਣਗੇ, ਪਰ 1 ਜਨਵਰੀ ਤੋਂ ਸਮਾਜਿਕ ਇਕੱਠਾਂ ਦੇ ਲਈ ਹੁਣ ਖੁੱਲ੍ਹੇ ਦੇ ਵਿੱਚ 500 ਤੇ ਕਿਸੇ ਵੀ ਥਾਂ ਦੇ ਅੰਦਰ 200 ਵਿਅਕਤੀ ਜੁੜਨ ਦੀ ਇਜਾਜ਼ਤ ਹੋਵੇਗੀ, ਜਦਕਿ ਪਹਿਲਾਂ ਇਹ ਗਿਣਤੀ ਖੁੱਲ੍ਹੇ ਦੇ ਵਿੱਚ 250 ਤੇ ਅੰਦਰ ਜਿਹੜੀ ਹੈ 100 ਤੱਕ ਹੁੰਦੀ ਸੀ।
ਪਰ ਹੁਣ ਕੱਲ੍ਹ ਤੋਂ ਹੈ ਜਿਹੜੀਆਂ ਇਹ ਰੋਕਾਂ ਹਟ ਜਾਣਗੀਆਂ। ਭਾਰਤ ਸਰਕਾਰ ਨੇ ਕੌਮਾਂਤਰੀ ਉਡਾਣਾਂ ਤੇ ਰੋਕ 31 ਜਨਵਰੀ 2021 ਤੱਕ ਹੋਰ ਵਧਾ ਦਿੱਤੀ ਹੈ। ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ DGCA ਨੇ ਕਿਹਾ ਹੈ ਕਿ 94 ਰੂਟਾਂ ਤੇ ਉਡਾਣਾਂ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਨ 23 ਮਾਰਚ ਤੋਂ ਨਿਯਮਤ ਕੌਮਾਂਤਰੀ ਯਾਤਰੀ ਹਵਾਈ ਸੇਵਾਵਾਂ ਮੁਅੱਤਲ ਨੇ, ਯਾਨੀ ਕਿ 23 ਮਾਰਚ ਤੋਂ ਲਗਾਤਾਰ ਇਹਨਾਂ ਫਲਾਈਟਾਂ ਦੇ ਉੱਤੇ ਪਾਬੰਦੀ ਲੱਗੀ ਹੋਈ ਹੈ। ਹਾਲਾਂਕਿ ਵੰਦੇ ਭਾਰਤ ਮੁਹਿੰਮ ਦੇ ਤਹਿਤ ਅਤੇ 에ਅਰ ਬੱਬਲ ਪ੍ਰਬੰਧ ਦੇ ਤਹਿਤ ਮਈ ਤੋਂ ਕੁਝ 94 ਮੁਲਕਾਂ ਦੇ ਲਈ ਉਡਾਣਾਂ ਦੀ ਇਜਾਜ਼ਤ ਹੈ ਜਿਹੜੀ ਉਹ ਮਿਲੀ ਹੈਗੀ ਹੈ, ਪਰ ਬਾਕੀ ਸਾਰੀਆਂ ਜਿਹੜੀਆਂ ਰੈਗੂਲਰ ਉਡਾਣਾਂ ਹੈਗੀਆਂ ਨੇ ਉਹਨਾਂ ਤੇ ਰੋਕ ਹੁਣ 31 ਜਨਵਰੀ 2021 ਤੱਕ ਵਧਾ ਦਿੱਤੀ ਗਈ ਹੈ। ਭਾਰਤ ਨੇ ਅਮਰੀਕਾ, ਬਰਤਾਨੀਆ, ਸਾਊਦੀ ਅਰਬ, ਕੀਨੀਆ, ਭੂਟਾਨ ਤੇ ਫਰਾਂਸ ਸਮੇਤ 24 ਮੁਲਕਾਂ ਦੇ ਨਾਲ 에ਅਰ ਬੱਬਲ ਸਮਝੌਤਾ ਕੀਤਾ ਹੋਇਆ। DGCA ਨੇ ਇਹ ਵੀ ਕਿਹਾ ਕਿ ਢੋਆ ਢੁਆਈ ਵਾਲੇ ਜਹਾਜ਼ਾਂ ਦੀਆਂ ਉਡਾਣਾਂ ਤੇ ਕੋਈ ਅਸਰ ਇਸ ਫੈਸਲੇ ਦੇ ਨਾਲ ਨਹੀਂ ਪਵੇਗਾ। ਹਰਿਆਣਾ ਦੇ ਵਿੱਚ BJP ਦਾ ਕੀ ਹਾਲ ਹੈ ਉਹ ਦੱਸ ਦਿੰਦੇ ਹਾਂ। ਹਰਿਆਣਾ ਨਗਰ ਨਿਗਮ ਚੋਣਾਂ ਦੇ ਨਤੀਜੇ ਨੂੰ ਲੈ ਕੇ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਸੰਘਰਸ਼ ਚੱਲ ਰਿਹਾ ਹੈ ਉਸ ਦਾ ਅਸਰ ਨਗਰ ਨਿਗਮ ਚੋਣਾਂ ਦੇ ਵਿੱਚ ਵੀ ਦਿਖਿਆ ਹੈ, ਕਿਉਂਕਿ BJP ਨੂੰ ਝਟਕਾ ਲੱਗਿਆ। ਸੱਤਾ ਤੇ ਕਾਬਜ਼ ਹੋਣ ਦੇ ਬਾਵਜੂਦ BJP ਤੇ ਜਨ ਨਾਇਕ ਜਨਤਾ ਪਾਰਟੀ, BJP ਤੇ JJP ਦੇ ਗੱਠਜੋੜ ਦੇ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਕੱਲ੍ਹ ਨਗਰ ਨਿਗਮ ਚੋਣਾਂ ਦੇ ਆਏ ਨਤੀਜਿਆਂ ਦੇ ਵਿੱਚ 3 ਮੇਅਰਾਂ ਦੀ ਚੋਣ ਦੇ ਵਿੱਚ BJP ਨੂੰ 2 ਦੇ ਉੱਤੇ ਹਾਰ ਦਾ ਸਾਹਮਣਾ ਕਰਨਾ ਪਿਆ। 1 ਸੀਟ ਹੀ BJP ਹਾਸਲ ਕਰ ਸਕੀ ਹੈ। ਰਿਵਾੜੀ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਵਿੱਚ BJP ਦੇ ਉਮੀਦਵਾਰ ਦੀ ਜਿੱਤ ਹੋਈ ਹੈ, ਜਦਕਿ ਮਿਊਨਿਸਪਲ ਕਮੇਟੀ ਸਾਂਪਲਾ, ਧਰੂਹੇੜਾ ਤੇ ਉਕਲਾਣਾ ਦੇ ਵਿੱਚ BJP ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਪੰਜਾਬ ਮੰਤਰੀ ਮੰਡਲ ਦੀ ਇੱਕ ਹੋਰ ਕਾਰਵਾਈ ਦੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ ਕਿ ਪੰਜਾਬ ਮੰਤਰੀ ਮੰਡਲ ਨੇ ਨਵੀਂ ਭਰਤੀ ਲਈ 7ਵੇਂ ਕੇਂਦਰੀ ਤਨਖਾਹ ਕਮਿਸ਼ਨ ਦੀ ਤਰਜ਼ ਦੇ ਉੱਤੇ ਨਵੇਂ ਤਨਖਾਹ ਸਕੇਲ ਮੈਟ੍ਰਿਕਸ ਦੇਣ ਦੇ ਲਈ ਪੰਜਾਬ ਸਿਵਲ ਸਰਵਿਸਿਜ਼ ਰੂਲਸ ਦੇ ਵਿੱਚ ਕੁਝ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੰਤਰੀ ਮੰਡਲ ਵੱਲੋਂ ਪ੍ਰਵਾਨਿਤ ਸੋਧ ਦੇ ਵਿੱਚ ਕਿਹਾ ਗਿਆ ਕਿ 17 ਜੁਲਾਈ 2020 ਤੋਂ ਪਹਿਲਾਂ ਭਰਤੀ ਕੀਤੇ ਗਏ ਕਰਮਚਾਰੀਆਂ ਦੇ ਲਈ ਨਿਸ਼ਚਿਤ ਮਾਸਿਕ ਤਨਖਾਹ ਤੋਂ ਭਾਵ ਸਰਕਾਰੀ ਮੁਲਾਜ਼ਮ ਦੇ ਵੱਲੋਂ ਲਈ ਜਾਂਦੀ ਮਹੀਨਾਵਾਰ ਤਨਖਾਹ ਉਸਦੇ ਅਹੁਦੇ ਦੇ ਘੱਟੋ ਘੱਟ ਤਨਖਾਹ ਬੈਂਡ ਦੇ ਬਰਾਬਰ ਹੁੰਦੀ ਹੈ ਤੇ ਇਸ ਰਕਮ ਦੇ ਵਿੱਚ ਸੰਬੰਧਿਤ ਅਹੁਦੇ ਦੇ ਗ੍ਰੇਡ ਪੇ ਦੇ ਹਵਾਲੇ ਮੁਤਾਬਿਕ ਲਏ ਯਾਤਰਾ ਭੱਤੇ ਤੋਂ ਬਿਨਾਂ ਗ੍ਰੇਡ ਪੇ, ਵਿਸ਼ੇਸ਼ ਤਨਖਾਹ, ਸਾਲਾਨਾ ਵਾਧਾ ਜਾਂ ਕੋਈ ਹੋਰ ਭੱਤਾ ਸ਼ਾਮਲ ਨਹੀਂ ਹੋਵੇਗਾ। ਸੋਧੇ ਹੋਏ ਨਿਯਮ ਦੇ ਮੁਤਾਬਿਕ 17 ਜੁਲਾਈ 2020 ਨੂੰ ਜਾਂ ਇਸ ਤੋਂ ਬਾਅਦ ਸਿੱਧੇ ਕੋਟੇ ਦੀਆਂ ਅਸਾਮੀਆਂ ਦੇ ਲਈ ਨਿਯੁਕਤ ਕੀਤੇ ਕਰਮਚਾਰੀਆਂ ਦੇ ਲਈ ਨਿਸ਼ਚਿਤ ਮਹੀਨਾਵਾਰ ਤਨਖਾਹ ਤੋਂ ਭਾਵ ਸਰਕਾਰੀ ਕਰਮਚਾਰੀ ਵੱਲੋਂ ਲਈ ਜਾਂਦੀ ਤਨਖਾਹ, ਸੰਬੰਧਿਤ ਪ੍ਰਬੰਧਕੀ ਵਿਭਾਗ ਜਿਹਦੇ ਵਿੱਚ ਨਿਯੁਕਤੀ ਹੋਈ ਹੈ ਉਹਦੇ ਵੱਲੋਂ ਨੋਟੀਫਾਈ ਪੇ ਮੈਟ੍ਰਿਕਸ ਦੇ ਬਰਾਬਰ ਹੋਵੇਗੀ। ਪੰਜਾਬ ਦੀਆਂ ਖਬਰਾਂ ਦੇ ਵਿੱਚ ਪੰਜਾਬੀ ਟ੍ਰਿਬਿਊਨ ਦੀ ਇੱਕ ਜਿਹੜੀ ਰਿਸਰਚ ਵਾਲੀ ਖਬਰ ਹੈ ਚਰਨਜੀਤ ਭੁੱਲਰ ਦੀ, ਉਹ ਤੁਹਾਨੂੰ ਜ਼ਰੂਰ ਦੱਸ ਦਿੰਦੇ ਹਾਂ ਕਿ ਅਮਰੀਕੀ ਕੰਪਨੀ ਦੇ ਖੁੱਲ੍ਹੇ ਗੱਫੇ ਨੇ ਪੰਜਾਬ ਦੇ ਇੱਕ ਵੱਡੇ ਘਰਾਣੇ ਨੂੰ ਨਿਹਾਲ ਕਰ ਰੱਖਿਆ। ਬਹੁਕੌਮੀ ਕੰਪਨੀ ਵਾਲਮਾਰਟ ਦੇ ਵੱਲੋਂ ਇਸ ਸਿਆਸੀ ਘਰਾਣੇ ਨੂੰ ਸਾਲਾਨਾ 7 ਕਰੋੜ 77 ਲੱਖ ਰੁਪਏ ਕਿਰਾਇਆ ਦਿੱਤਾ ਜਾ ਰਿਹਾ ਹੈ, ਯਾਨੀ ਕਿ ਇਸ ਘਰਾਣੇ ਦੀ ਪੁਰਾਣੀ ਕੰਪਨੀ ਨੂੰ ਰੋਜ਼ਾਨਾ ਦਾ ਔਸਤਨ 2,12,000 ਰੁਪਏ ਕਿਰਾਇਆ ਮਿਲ ਰਿਹਾ ਰੋਜ਼ਾਨਾ ਦਾ। ਕਿਸਾਨ ਧਿਰਾਂ ਦੇ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਛੇੜੇ ਅੰਦੋਲਨ ਦੇ ਦੌਰਾਨ ਕਾਰਪੋਰੇਟਾਂ ਨੂੰ ਨਿਸ਼ਾਨੇ ਤੇ ਰੱਖਿਆ ਜਾ ਰਿਹਾ ਹੈ ਤੇ ਕਾਰਪੋਰੇਟ ਅਦਾਰਿਆਂ ਦੇ ਬਾਈਕਾਟ ਦਾ ਸੱਦਾ ਵੀ ਦਿੱਤਾ ਗਿਆ। ਪੰਜਾਬੀ ਟ੍ਰਿਬਿਊਨ ਦੇ ਕੋਲ ਦਸਤਾਵੇਜ਼ ਜਿਹੜੇ ਮੌਜੂਦ ਨੇ ਉਹਨਾਂ ਦੇ ਮੁਤਾਬਿਕ ਤਾਜ ਟਰੈਵਲਸ ਪ੍ਰਾਈਵੇਟ ਲਿਮਟਿਡ ਦੇ ਵੱਲੋਂ ਬਠਿੰਡਾ ਚੰਡੀਗੜ੍ਹ ਕੌਮੀ ਸੜਕ ਮਾਰਗ ਦੇ ਉੱਤੇ ਭੁੱਚੋ ਮੰਡੀ ਦੇ ਨੇੜੇ 7 ਕਨਾਲ 7 ਮਰਲੇ ਥਾਂ ਕਰੀਬ 40,000 ਵਰਗ ਫੁੱਟ ਵਾਲਾ ਕੰਪਲੈਕਸ ਵਾਲਮਾਰਟ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ 30 ਸਾਲਾਂ ਦੇ ਲਈ ਲੀਜ਼ ਤੇ ਦਿੱਤਾ ਹੋਇਆ ਹੈ। ਜੁਆਇੰਟ ਸਬ ਰਜਿਸਟਰਾਰ ਨਥਾਣਾ ਦੇ ਦਫ਼ਤਰ ਦੇ ਵਿੱਚ ਇਹ ਲੀਜ਼ ਡੀਡ ਵਸੀਕਾ ਨੰਬਰ 1352 ਮਿਤੀ 6 ਅਗਸਤ 2014 ਨੂੰ ਰਜਿਸਟਰਡ ਹੋਈ ਤੇ ਕਰੀਬ 1 ਏਕੜ ਤੋਂ ਘੱਟ ਇਸ ਥਾਂ ਦਾ ਤਾਜ ਟਰੈਵਲਸ ਨੂੰ ਲੰਘੇ 6 ਵਰਿਆਂ ਦੇ ਵਿੱਚ 46 ਕਰੋੜ 62 ਲੱਖ ਰੁਪਏ ਕਿਰਾਇਆ ਮਿਲ ਚੁੱਕਿਆ। ਲੀਜ਼ ਦੀ ਮਿਆਦ ਵਾਲੇ 30 ਵਰਿਆਂ ਦੇ ਵਿੱਚ ਕੰਪਲੈਕਸ ਦੇ ਕਿਰਾਏ ਵਜੋਂ ਵੱਡੇ ਘਰਾਣੇ ਨੂੰ ਵਾਲਮਾਰਟ ਤੋਂ 233 ਕਰੋੜ 10 ਲੱਖ ਰੁਪਏ ਦਾ ਕਿਰਾਇਆ ਮਿਲੇਗਾ। ਤਾਜ ਟਰੈਵਲਸ ਲਿਮਟਿਡ ਦਾ ਜੋ ਮੈਨੇਜਿੰਗ ਡਾਇਰੈਕਟਰ ਹੈ ਉਹ ਆਰਬਿਟ ਰਿਜ਼ੋਰਟ ਦਾ MD ਤੇ ਆਰਬਿਟ ਐਵੀਏਸ਼ਨ ਡੱਬ ਵਾਲੀ ਟਰਾਂਸਪੋਰਟ, ਇੰਡੋ ਕੈਨੇਡੀਅਨ ਟਰਾਂਸਪੋਰਟ ਕੰਪਨੀ ਸਮੇਤ 14 ਕੰਪਨੀਆਂ ਦਾ ਡਾਇਰੈਕਟਰ ਵੀ ਹੈ। ਤਾਜ ਟਰੈਵਲਸ ਪ੍ਰਾਈਵੇਟ ਲਿਮਟਿਡ ਦਾ ਇੱਕ ਡਾਇਰੈਕਟਰ ਦੂਜੀ ਹੋਰ ਕੰਪਨੀ ਸਰਾਇਆ ਏਵੀਏਸ਼ਨ ਦੇ ਵਿੱਚ ਗੁਰਮੇਹਰ ਸਿੰਘ ਮਜੀਠੀਆ ਦੇ ਨਾਲ ਡਾਇਰੈਕਟਰ ਹੈ। ਤਾਜ ਟਰੈਵਲਸ ਦਾ ਦੂਸਰਾ ਡਾਇਰੈਕਟਰ ਆਰਬਿਟ ਰਿਜ਼ੋਰਟ ਤੇ ਇੰਡੋ ਕੈਨੇਡੀਅਨ ਕੰਪਨੀ ਸਮੇਤ 11 ਹੋਰ ਕੰਪਨੀਆਂ ਦੇ ਵਿੱਚ ਵੀ ਡਾਇਰੈਕਟਰ ਹੈ। ਅੰਕੜਿਆਂ ਦੇ ਮੁਤਾਬਿਕ ਵਾਲਮਾਰਟ ਦੇ ਪੰਜਾਬ ਦੇ ਵਿੱਚ ਬੈਸਟ ਪ੍ਰਾਈਸ ਮਾਡਰਨ ਹੋਲਸੇਲ ਦੇ ਨਾਂ ਹੇਠ 5 ਕੰਪਲੈਕਸ ਨੇ। ਮੌਜੂਦਾ ਕੈਪਟਨ ਸਰਕਾਰ ਦੇ ਨਾਲ ਵਾਲਮਾਰਟ ਨੇ ਜੂਨ 2017 ਦੇ ਵਿੱਚ ਪੰਜਾਬ ਦੇ ਵਿੱਚ 10 ਹੋਰ ਬੈਸਟ ਪ੍ਰਾਈਸ ਖੋਲ੍ਹਣ ਦੇ ਸਮਝੌਤੇ ਤੇ ਦਸਤਖਤ ਵੀ ਕੀਤੇ ਨੇ। ਪੰਜਾਬ ਦੇ ਸਿਆਸੀ ਘਰਾਣੇ ਦੇ ਰਿਲਾਇੰਸ ਇਨਫੋਟੈਕ ਤੇ ਰਿਲਾਇੰਸ ਇੰਡਸਟਰੀਜ਼ ਦੇ ਨਾਲ 2 ਹੋਰ ਰੈਂਟਲ ਐਗਰੀਮੈਂਟ ਨੇ। ਭਾਵੇਂ ਇਹਦੇ ਵਿੱਚ ਕੁਝ ਵੀ ਗੈਰ ਕਾਨੂੰਨੀ ਨਹੀਂ ਹੈ, ਪਰ ਲੋਕ ਲੀਡਰ ਦੇ ਵਜੋਂ ਵਿਚਰਨ ਵਾਲਿਆਂ ਤੇ ਉਂਗਲ ਉੱਠਣੀ ਸੁਭਾਵਿਕ ਹੈ, ਖਾਸ ਕਰਕੇ ਉਦੋਂ ਜਦੋਂ ਕਾਰਪੋਰੇਟਾਂ ਦੀ ਲੁੱਟ ਦਾ ਰੌਲਾ ਕਿਸਾਨ ਜ਼ੋਰ ਸ਼ੋਰ ਦੇ ਨਾਲ ਪਾ ਰਹੇ ਹੋਣ।
ਸੋ ਇਹਦੇ ਵਿੱਚ ਇਹ ਗੱਲ ਤਾਂ ਦੇਖਣੀ ਬਣਦੀ ਹੈ ਕਿ ਸਿਆਸੀ ਲੋਕ ਨਿੱਜੀ ਜਾਇਦਾਦਾਂ ਕਾਰਪੋਰੇਟਾਂ ਨੂੰ ਕਿਰਾਏ ਤੇ ਦੇ ਕੇ ਹੱਥ ਰੰਗਦੇ ਨੇ, ਜਦ ਕਿ ਸਰਕਾਰੀ ਜਾਇਦਾਦ ਨੂੰ ਮਿੱਟੀ ਦੇ ਭਾਅ ਕਾਰਪੋਰੇਟਾਂ ਦੇ ਹਵਾਲੇ ਕਰ ਦਿੰਦੇ ਨੇ। ਸੋ ਇਹ ਵੱਡਾ ਘਰਾਣਾ ਕਿਹੜਾ ਹੈ ਜਿਹੜਾ ਕਿ 30 ਸਾਲਾਂ ਦੇ ਵਿੱਚ ਸੈਂਕੜੇ ਕਰੋੜਾਂ ਦਾ ਜਿਹੜਾ ਕਿਰਾਇਆ ਹੈ ਉਹ ਵਾਲਮਾਰਟ ਤੋਂ ਲਏਗਾ? ਇਹ ਤੁਸੀਂ ਸਾਡੀ ਜਾਣਕਾਰੀ ਜਿਹੜੀ ਦਿੱਤੀ ਗਈ ਹੈ ਉਸ ਦੇ ਵਿੱਚੋਂ ਅੰਦਾਜ਼ਾ ਲਾ ਸਕਦੇ ਹੋ, ਉਸ ਨੂੰ ਸੁਣ ਕੇ ਅੰਦਾਜ਼ਾ ਲਾ ਸਕਦੇ ਹੋ ਕਿ ਕਿਹੜਾ ਕਾਰਪੋਰੇਟ ਘਰਾਣਾ, ਕਿਹੜਾ ਵੱਡਾ ਘਰਾਣਾ ਪੰਜਾਬ ਦਾ ਹੋ ਸਕਦਾ ਹੈ ਜਿਹਨੂੰ ਕਿ ਇੱਕ ਅਮਰੀਕਾ ਦੀ ਕੰਪਨੀ ਨਿਹਾਲ ਕਰ ਰਹੀ ਹੈ ਖੁੱਲ੍ਹੇ ਗੱਫੇ ਦੇ ਕੇ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਆਡੀਓ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ। ਕਿਸਾਨੀ ਸੰਘਰਸ਼ ਦੇ ਵਿੱਚ ਜਿਵੇਂ ਦਾ ਵੀ ਯੋਗਦਾਨ ਤੁਸੀਂ ਪਾ ਸਕਦੇ ਹੋ ਜ਼ਰੂਰ ਪਾਓ। ਤੇ ਕਿਸਾਨ ਲੀਡਰ ਜਿਨ੍ਹਾਂ ਨੇ ਅਪੀਲ ਕੀਤੀ ਹੈ ਕਿ ਨਵਾਂ ਸਾਲ ਕਿਸਾਨਾਂ ਦੇ ਨਾਲ ਆ ਕੇ ਮਨਾਓ, ਇਸ ਤੇ ਵੀ ਤੁਸੀਂ ਜ਼ਰੂਰ ਗੌਰ ਕਰ ਸਕਦੇ ਹੋ। ਧੰਨਵਾਦ।